ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿੱਤ ਬਾਣੀ ਛਬ ਬਨੀ ਅੰਗ, ਸ਼ੇਖ ਧਨ ਸੰਗ ਰੰਗ। ਗੰਗ ਕਿਤ ਰੰਗ ਸੋ ਪਤੰਗ ਕੋ ਕੀ ਕਾਨ ਹੈ। ਲੰਬੋਦਰ ਰਦਨ ਕੀਨੋ ਧਨਖ ਮਦਨ ਚੀਨੋ। ਸ੍ਰੀਆ ਕੋ ਸਦਨ ਚਹੁ ਬਦਨ ਕੋ ਜਾਨ ਹੈ। ਬਾਣੀ ਛਬ ਬਨੀ ਅੰਗ, ਸ਼ੇਖ ਧਨ ਸੰਗ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਸਾਗਰ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆਲਤਾ ਸਦਕਾ ਪਵਿੱਤਰ ਸਤਸੰਗਤ ਦੀਆਂ ਘੜੀਆਂ ਸਵਾਸਾਂ ਦੇ ਸਫਲ ਕਰਨ ਨੂੰ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਕਵੀ ਭਾਈ ਸੰਤੋਖ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨੂੰ ਮਨਾਉਂਦਿਆਂ ਹੋਇਆਂ ਹੁਣ ਨਾਮ ਦੀ ਮਹਿਮਾ ਕਰ ਰਹੇ ਹੈ ਕਿ ਨਾਮ ਤੋਂ ਬਿਨਾਂ
ਜੀਵਨ ਵਿਅਰਥ ਹੈ। ਨਾਮ ਦੀ ਮਹਿਮਾ, ਨਾਮ ਦਾ ਪ੍ਰਤਾਪ ਕੌਣ ਕੌਣ ਜਾਣਦੇ ਹੈ। ਇਹ ਜ਼ਿਕਰ ਕਵਿਰਾਜ ਜੀ ਕਰ ਰਹੇ ਸਨ। ਲੜੀਵਾਰ ਕਥਾ ਦੀ ਜਿੱਥੇ ਅੱਜ ਆਪਾਂ ਆਰੰਭਤਾ ਕਰਕੇ ਇਤਿਹਾਸ ਸਰਵਣ ਕਰਾਂਗੇ, ਮੰਗਲਾਚਰਨ ਸਰਵਣ ਕਰਾਂਗੇ, ਨਾਲ ਹੀ ਅੱਜ ਸਤਿਗੁਰਾਂ ਜੀ ਦਾ, ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ ਅਤੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦੇ ਉੱਪਰ ਬੈਠਣ ਦਾ ਦਿਨ ਹੈ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਅਵਤਾਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਦਾਦਾ ਸਤਿਗੁਰੂ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਖੁਸ਼ੀ ਪ੍ਰਾਪਤ ਕੀਤੀ। ਸੱਚੇ ਪਾਤਸ਼ਾਹ ਜੀ ਨੂੰ ਬਹੁਤ ਪਿਆਰ ਕਰਦੇ, ਆਪਣੇ ਨਾਲ ਤਖਤ ਦੇ ਉੱਪਰ ਬਿਠਾਇਆ ਕਰਦੇ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਏ, ਮਹਾਰਾਜ ਜੀ ਨੇ ਆਪ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਸਿੰਘਾਸਨ ਦੇ ਉੱਪਰ ਵਿਰਾਜਮਾਨ ਕੀਤਾ। ਚਾਰ ਪ੍ਰਕਰਮਾਂ ਕਰਕੇ ਆਪ ਦੇ ਚਰਨਾਂ ਤੇ ਨਮਸਕਾਰ ਕੀਤੀ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਦਿਆਂ ਹੋਇਆਂ ਬੇਅੰਤ ਜੀਵਾਂ ਦੀ ਕਲਿਆਣ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਅਦੁੱਤੀ ਦਵਾਖਾਨਾ ਚਲਾਇਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਾਦਾ ਸਤਿਗੁਰੂ ਜੀ ਦੀ ਆਗਿਆ ਮੁਤਾਬਕ 2200 ਘੋੜ ਸਵਾਰ ਤਿਆਰ ਪਰ ਤਿਆਰ ਰੱਖਦੇ ਕੋਲ ਸ਼ਸਤਰਾਂ ਦਾ ਅਭਿਆਸ ਸਿੱਖ ਉਵੇਂ ਹੀ ਕਰਦੇ। ਪਰ ਸਤਿਗੁਰੂ ਜੀ ਦੀ ਆਗਿਆ ਸੀ ਤੁਸਾਂ ਜੰਗ ਨਹੀਂ ਕੋਈ ਕਰਨੀ। ਮਹਾਰਾਜ ਜੀ ਨੇ ਪੁੱਛਿਆ ਸੀ ਕਿ ਮਹਾਰਾਜ ਜੇ ਸਾਡੇ ਤੇ ਕੋਈ ਚੜ੍ਹ ਕੇ ਆ ਜਾਵੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ ਸੀ ਜਿਹੜਾ ਤੁਹਾਡੇ ਤੇ ਚੜ੍ਹ ਕੇ ਆਵੇਗਾ ਉਹ ਗਲੇ ਦੀ ਤਰ੍ਹਾਂ ਗਲ ਜਾਵੇਗਾ, ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ। ਸਮੇਂ ਦੀ ਹਕੂਮਤ ਨੇ ਬੜੀਆਂ ਮੁਹਿੰਮਾਂ ਚਾੜੀਆਂ, ਪਰ ਗੁਰੂ ਹਰਿਰਾਏ ਸਾਹਿਬ ਜੀ ਤੱਕ, ਕੀਰਤਪੁਰ ਸਾਹਿਬ ਤੱਕ, ਪੰਜਾਬ ਤੱਕ ਕੋਈ ਵੀ ਮੁਹਿੰਮ ਅੱਧ ਤੱਕ ਬਿਨਾਂ ਦਿੱਲੀ ਤੋਂ ਅੱਪੜ ਸਕੀ। ਇਹ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਅਟਲ ਤੇ ਸੱਤ ਹੋਏ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਿਆਈ ਤਿਲਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਜ਼ਿਕਰ ਆਉਂਦਾ ਹੈ ਕਿ ਕਾਬਲ ਤੋਂ ਆਏ ਸਿੱਖ ਨੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੂੰ ਪੁੱਛਿਆ ਸੀਗਾ, ਜਦੋਂ ਕਿ ਰਾਮ ਰਾਏ ਅਜੇ ਗੁਰੂ ਸਾਹਿਬ ਜੀ ਦੇ ਕੋਲ ਹੀ ਕੀਰਤਪੁਰ ਸਾਹਿਬ ਰਹਿੰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪੁੱਛਿਆ ਸੀ ਗਰੀਬ ਨਵਾਜ਼, ਆਪ ਜੀ ਦੇ ਅੱਗੋਂ ਕਿਹੜੇ ਪੁੱਤਰ ਗੁਰਿਆਈ ਤਖਤ ਤੇ ਬਿਰਾਜਮਾਨ ਹੋਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਭਾਈ ਸਿੱਖਾ ਇਹ ਤਾਂ ਗੁਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਹੀ ਪ੍ਰਗਟ ਹੁੰਦਾ ਹੈ, ਜੋ ਭੇਦ ਇਹ ਜ਼ਾਹਰ ਨਹੀਂ ਕਰੀਦਾ। ਕਹਿਣ ਲੱਗਾ, ਮਹਾਰਾਜ ਮੈਂ ਦੂਰ ਦੇਸ਼ ਤੋਂ ਆਇਆ, ਖਬਰੇ ਕਦੋਂ ਆਵਾਂ ਫੇਰ। ਮਹਾਰਾਜ ਕਿਰਪਾ ਕਰੋ, ਮੇਰੇ ਮਨ ਦੀ ਚਾਹਨਾ ਹੈ, ਮੈਨੂੰ ਦੱਸੋ ਕਿ ਆਪ ਦਾ ਕਿਹੜਾ ਸਾਹਿਬਜ਼ਾਦੇ ਬਾਅਦ ਵਿੱਚ ਮਹਾਰਾਜ ਆਪ ਤੋਂ ਅੱਗੇ ਗੁਰਤਾ ਦੇ ਮਾਲਕ ਹੋਣਗੇ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖ ਦੀ ਭਾਵਨਾ ਜਾਣ ਕੇ ਉਹਨੂੰ ਆਪਣੇ ਕੋਲੋਂ ਮਹਾਰਾਜ ਨੇ ਸੂਈ ਦਿੱਤੀ ਸੀ। ਆਖਿਆ, ਭਾਈ ਸਿੱਖਾ ਸਾਡੇ ਸਾਹਿਬਜ਼ਾਦੇ ਬਾਣੀ ਪੜ੍ਹਦੇ ਐ। ਬੈਠ ਕਰਕੇ ਬਾਣੀ ਸੁਣੀ ਤੇ ਜਿਸ ਮੰਜੀ ਸਾਹਿਬ ਤੇ ਪੋਥੀ ਸਾਹਿਬ ਪ੍ਰਕਾਸ਼ ਕਰਕੇ ਬਾਣੀ ਪੜ੍ਹ ਰਹੇ ਐ, ਜਦੋਂ ਇਹ ਮੰਜੀ ਸਾਹਿਬ ਨੂੰ ਤੂੰ ਸੂਈ ਲਾਵੇਂਗਾ, ਜਿੱਥੇ ਸੂਈ ਤੇਰੇ ਹੱਥੋਂ ਨਿਕਲ ਕੇ ਪਾਵੇ ਵਿੱਚ ਹੀ ਮੋਮ ਦੀ ਤਰ੍ਹਾਂ ਘਲ ਜਾਵੇਗੀ,
ਸਮਝ ਲਈ ਕਿ ਉਹ ਗੁਰਤਾ ਦੇ ਮਾਲਕ ਹੋਣਗੇ। ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਸਿੱਖ ਦੀ ਭਾਵਨਾ ਜਾਣ ਕੇ ਉਹਨੂੰ ਬਖਸ਼ਿਸ਼ ਕੀਤੀ। ਜਦੋਂ ਸਿੱਖ ਪਹਿਲਾਂ ਬਾਬਾ ਰਾਮ ਰਾਏ ਜੀ ਜਿੱਥੇ ਬਾਣੀ ਪੜ੍ਹ ਰਹੇ ਹੈ ਉੱਥੇ ਚੱਲ ਕਰਕੇ ਆਇਆ। ਬਹੁਤ ਸੁੰਦਰ ਸਰੂਪ ਹੈ, ਬੜੀ ਸੁਰੀਲੀ ਆਵਾਜ਼ ਹੈ ਤੇ ਬਾਣੀ ਜਦੋਂ ਪੜ੍ਹਦੇ ਹੈ ਬੜਾ ਆਨੰਦ ਆ ਰਿਹਾ ਹੈ। ਮੱਥਾ ਟੇਕਿਆ ਹੈ ਪੋਥੀ ਸਾਹਿਬ ਨੂੰ, ਸਿੱਖ ਬੈਠ ਗਿਆ, ਬੈਠਾ ਬਾਣੀ ਸੁਣਦਾ ਰਿਹਾ ਤੇ ਕੁਝ ਚਿਰ ਬੈਠਣ ਤੋਂ ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਦੱਸਿਆ ਸੀਗਾ ਉਹ ਸੂਈ ਜਦੋਂ ਪਾਵੇ ਦੇ ਕੋਲ ਕੀਤੀ ਹੈ ਤੇ ਪਰ ਸੂਈ ਪਾਵੇ ਵਿੱਚ ਘਲਦੀ ਨਹੀਂ। ਬੜਾ ਤੇ ਸਮੇਂ ਮਨ ਅਚਰਜ ਹੋਇਆ। ਗੁਰੂ ਜੀ ਦੇ ਵੱਡੇ ਪੁੱਤਰ ਨੇ ਤੇ ਬਾਣੀ ਬੜੀ ਮਿੱਠੀ ਪੜ੍ਹਦੇ ਹੈ, ਇੰਨਾ ਸੁੰਦਰ ਸਰੂਪ ਹੈ। ਅੱਛਾ, ਜਿੱਥੇ ਮਹਾਰਾਜ ਦੇ ਛੋਟੇ ਪੁੱਤਰ ਬਾਣੀ ਪੜ੍ਹਦੇ ਆ, ਚੱਲੀਏ ਉੱਥੇ ਵੇਖਦੇ ਹਾਂ। ਇਹ ਫਿਰ ਸਿੱਖ ਉੱਥੇ ਆਇਆ ਚੱਲ ਕੇ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਪੜ੍ਹ ਰਹੇ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਣੀ ਇੰਨੀ ਸੁਰੀਲੀ ਆਵਾਜ਼ ਤੋਂ ਬਾਣੀ ਪੜ੍ਹਦੇ ਹੈ, ਸਿੱਖ ਦਾ ਮਨ ਜਿਹੜਾ ਸੀ ਨਾ ਉਹ ਦੇਸ਼ ਕਾਲ ਵਸਤੂ ਨੂੰ ਭੁਲਾ ਬੈਠਾ। ਜੜ ਵਸਤੂਆਂ ਚੇਤਨ ਤੇ ਚੇਤਨ ਜੜ ਬਣ ਰਹੀਆਂ ਸੀ। ਐਸਾ ਅਚਰਜ ਰਸ ਆ ਰਿਹਾ ਸੀ ਜਦੋਂ ਮਹਾਰਾਜ ਜੀ ਬਾਣੀ ਪੜ੍ਹ ਰਹੇ ਸੀ ਸੱਚੇ ਪਾਤਸ਼ਾਹ। ਇੰਨਾ ਸੁੰਦਰ ਸਰੂਪ ਹੈ, ਸਿੱਖ ਨੂੰ ਚੇਤਾ ਹੀ ਭੁੱਲ ਗਿਆ ਕਿ ਕਿਹੜੇ ਕੰਮ ਆਏ। ਬਾਣੀ ਵਿੱਚ ਹੀ ਉਸ ਦਾ ਮਨ ਜਿਹੜਾ ਸੀ ਇੰਨਾ ਨਿਮਗਨ ਹੋ ਗਿਆ। ਚਿਰ ਕਾਲ ਬੈਠਣ ਤੋਂ ਫਿਰ ਚੇਤਾ ਆਇਆ ਕਿ ਮੈਂ ਤਾਂ ਇਸ ਕਾਰਜ ਆਇਆ ਸਾਂ। ਫਿਰ ਉਹ ਸੂਈ ਜਦੋਂ ਪਾਵੇ ਦੇ ਕੋਲ ਹੀ ਕੀਤੀ ਹੈ ਨਾ ਤੇ ਹੱਥੋਂ ਨਿਕਲ ਕੇ ਸੂਈ ਪਾਵੇ ਵਿੱਚ ਹੀ ਘਲ ਗਈ। ਸਿੱਖ ਜਾਣ ਗਿਆ ਕਿ ਗੁਰਤਾ ਦੇ ਮਾਲਕ ਹੋਣਗੇ। ਇਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਉਦੋਂ ਹੀ ਆਪਣੇ ਹੁੰਦਿਆਂ ਹੀ ਜਣਾ ਦਿੱਤਾ ਸੀਗਾ। ਆਪ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਏ। ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਿਆਈ ਦੇ ਸਿੰਘਾਸਨ ਦੇ ਉੱਪਰ ਵਿਰਾਜਮਾਨ ਹੋਏ। ਸਤਿਗੁਰਾਂ ਜੀ ਦੇ ਪੁਰਬ ਜਾਣ ਕੇ ਸੂਖਸ਼ਮ ਰੂਪ ਵਿੱਚ ਬੇਨਤੀ ਕੀਤੀ ਹੈ। ਆਓ ਜੋ ਲੜੀਵਾਰ ਕਥਾ ਹੈ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਕਵਿਰਾਜ ਜੀ ਨਾਮ ਦੀ ਮਹਿਮਾ ਕਥਨ ਕਰ ਰਹੇ ਨੇ ਕਿ ਨਾਮ ਦਾ ਪ੍ਰਤਾਪ ਵੱਡਿਆਂ ਤੋਂ ਵੱਡਾ ਹੈ। ਫਿਰ ਕਹਿੰਦੇ ਨਾਮ ਦਾ ਪ੍ਰਤਾਪ ਪੁੱਛਣਾ ਤੇ ਭਈ ਸ਼ੇਸ਼ ਨਾਗ ਨੂੰ ਪੁੱਛੋ। ਨਾਮ ਦਾ ਪ੍ਰਤਾਪ ਪੁੱਛਣਾ ਤੇ ਸ਼ਿਵਾਂ ਨੂੰ ਪੁੱਛੋ, ਬ੍ਰਹਮਾ ਨੂੰ ਪੁੱਛੋ। ਜਿਹੜੇ ਬ੍ਰਹਮਾ ਦੇ 4 ਪੁੱਤਰ ਨੇ ਉਹਨਾਂ ਨੂੰ ਪੁੱਛੋ ਕਿ ਨਾਮ ਦਾ ਕੀ ਪ੍ਰਤਾਪ ਹੈ। ਫਿਰ ਚਾਹਾਂ ਯੁੱਗਾਂ ਦੇ ਭਗਤਾਂ ਦਾ ਨਾਮ ਕਵਿਰਾਜ ਜੀ ਨੇ ਕਿਹਾ ਕਿ ਆਦਿ ਤੋਂ ਭਗਤ ਮੰਨੇ ਜਾਂਦੇ ਜਿਹੜੇ ਤੂੰ ਭਗਤ ਧਰੂ ਜੀ, ਭਗਤ ਪ੍ਰਹਿਲਾਦ ਜੀ, ਇਸ ਪ੍ਰਕਾਰ ਆਦਿ ਕਵੀ ਮੰਨੇ ਗਏ ਜਿਹੜੇ ਬਾਲਮੀਕ ਜੀ ਆਦਿਕ, ਇਹਨਾਂ ਨੂੰ ਪੁੱਛੋ ਨਾਮ ਦਾ ਕੀ ਪ੍ਰਤਾਪ ਹੈ। ਤੋ ਜਿਨ੍ਹਾਂ ਨੇ ਇਸ ਪ੍ਰਕਾਰ ਦੁਆਪਰ ਯੁੱਗ ਵਿੱਚ ਵੀ ਜਿਹੜੇ ਬਾਲਮੀਕ ਜੀ ਹੋਏ ਹੈ ਉਹਨਾਂ ਦੀ ਬਾਬਤ ਵੀ ਸਤਿਗੁਰਾਂ ਜੀ ਨੇ ਬਾਣੀ ਵਿੱਚ ਲਿਖਿਆ ਰੇ ਚਿਤ ਚੇਤ ਚੇਤ ਅਚੇਤ ਕਾਹੇ ਨ ਬਾਲਮੀਕੈ ਦੇਖ ਕਿਹ ਜਾਤ ਤੇ ਕਿਹ ਪਦਹਿ ਉਮਰਿਓ ਰਾਮ ਭਗਤ ਵਸੇਖ। ਵਾਹਿਗੁਰੂ ਦੀ ਭਗਤੀ ਏਡੀ ਵੱਡੀ ਹੈ, ਕਿਹੜੀ ਨੀਵੀਂ ਜਾਤ ਸੀ ਤੇ ਕਿਹੜੀ ਪਦਵੀ ਤੇ ਪਹੁੰਚ ਗਏ ਬਾਲਮੀਕ ਜੀ। ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਦੇ ਚਰਨਾਂ ਨੂੰ ਧੋਤਾ ਸੀ, ਅਵਤਾਰ ਹੋ ਕਰਕੇ ਵੀ ਮੱਥਾ ਟੇਕਿਆ ਸੀਗਾ। ਇਹ ਨਾਮ ਦੀ ਵਡਿਆਈ ਜਿਹੜੀ ਹੈ ਉਹ ਵੱਡੀ ਹੈ ਸਭ ਤੋਂ। ਇਉਂ ਫਿਰ ਸਾਰੇ ਕਲਯੁਗ ਦੇ ਭਗਤਾਂ ਦਾ ਵੀ ਜ਼ਿਕਰ ਕੀਤਾ। ਸਾਰੇ ਯੁੱਗਾਂ ਦੇ ਵਿੱਚ ਜਿਹੜੇ ਭਗਤ ਹੋਏ ਹੈ ਉਹਨਾਂ ਦਾ ਕਵਿਰਾਜ ਕਹਿੰਦੇ ਭਰਮ ਭੱਜਾ ਹੈ ਤੇ ਨਾਮ ਕਰਕੇ ਹੀ ਭੱਜਾ ਹੈ। ਕਬੀਰ ਜੀ ਹੈ, ਤਰਲੋਚਨ ਜੀ ਹੈ, ਸਧਨਾ ਜੀ ਹੈ, ਰਵਿਦਾਸ ਜੀ ਹੈ, ਨਾਮਦੇਵ ਜੀ ਹਨ। ਇਸ ਪ੍ਰਕਾਰ ਭਗਤ ਫਰੀਦ ਜੀ ਹੈ, ਭੀਖਣ ਜੀ ਹੈ, ਪੀਪਾ ਜੀ ਹੈ। ਫਿਰ ਰਖੀਆਂ ਦੇ ਨਾਮ ਵੀ ਆਏ, ਉਹਨਾਂ ਰਾਜਿਆਂ ਦੇ ਨਾਮ ਵੀ ਆਏ ਨੇ ਜਿਹੜੇ ਪੂਰਵ ਵਰਗੇ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪ ਕਰਕੇ। ਫਿਰ ਰੁਕਮੰਗਦ ਰਾਜੇ ਦਾ ਵੀ ਇੱਕ ਜ਼ਿਕਰ ਭੱਟਾਂ ਦੇ ਸਵਈਆਂ ਵਿੱਚ ਆਉਂਦਾ ਹੈ। ਅੰਗਰਾ ਰਿਸ਼ੀ ਦਾ ਜ਼ਿਕਰ ਆਇਆ ਹੈ। ਅਗਸਤ ਮੁਨੀ ਵਰਗੇ ਜਿਹੜੇ ਮਹਾਂਪੁਰਖ ਉਹਨਾਂ ਦਾ ਜ਼ਿਕਰ ਆਇਆ ਹੈ। ਜਿਹੜੀ ਇਸ ਪ੍ਰਕਾਰ ਅਜਾਮਲ ਉਧਰ ਗਿਆ ਨਾਮ ਕਰਕੇ। ਫਿਰ ਗਨਕਾ ਜਿਹੜੀ ਹੈ ਤਾਰੀ ਲੈ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਵਰੀ ਅਲੇ। ਇਹੋ ਜਿਹੇ ਨੀਵੀਂ ਜਾਤ ਵਾਲੇ ਵੀ ਜਿਹੜੀ ਗਨਕਾ ਸੀਗੀ, ਫਿਰ ਜਿਹੜੀ ਕੁਬਜਾ ਸੀਗੀ
ਉਹਦਾ ਉਧਾਰ ਕਰਨਾ ਕੀਤਾ। ਇਹ ਨਾਮ ਦੇ ਪ੍ਰਤਾਪ ਨੂੰ ਸਾਰੇ ਜਾਣਦੇ ਆ ਕਿ ਨਾਮ ਕਰਕੇ ਹੀ ਸਾਨੂੰ ਸਦਗਤੀ ਪ੍ਰਾਪਤ ਹੋਈ ਹੈ, ਨਾਮ ਕਰਕੇ ਹੀ ਉੱਚੀ ਸੋਭਾ ਵੱਡੀ ਵਡਿਆਈ ਪ੍ਰਾਪਤ ਹੋਈ ਹੈ। ਧਰੂ ਜੀ ਨੂੰ ਅਚਲ ਅਵਸਥਾ ਜਿਹੜੀ ਹੈ ਨਾ ਟਿਕੇ ਰਹਿਣ ਵਾਲੀ, ਇਹ ਨਾਮ ਦੇ ਪ੍ਰਤਾਪ ਕਰਕੇ ਹੀ ਪ੍ਰਾਪਤ ਹੋਈ ਹੈ। ਇਉਂ ਨਾਮ ਦੀ ਮਹਿਮਾ ਕਵਿਰਾਜ ਕਹਿੰਦੇ ਹੈ ਕਿ ਇਹ ਭਗਤ ਜਾਣਦੇ ਆ ਜਿਹੜਾ ਨਾਮ ਦਾ ਰਸ ਲੈ ਲੈ ਕਰਕੇ ਆਨੰਦ ਲੈ ਰਹੇ ਹੈ। ਅੱਗੇ ਜਿਵੇਂ ਕਵਿਰਾਜ ਹੁਣ ਨਾਮ ਦੀ ਮਹਿਮਾ ਹੋਰ ਕਹਿੰਦੇ ਹਨ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਬਾਣੀ ਛਬ ਬਨੀ ਅੰਗ। ਇਸ ਪ੍ਰਕਾਰ ਨਾਮ ਦੀ ਮਹਿਮਾ ਕਵਿਰਾਜ ਕਹਿੰਦੇ ਹਨ। ਅਖੀਰਲੀ ਪੰਕਤੀ ਜੋ ਕਬਿਤ ਦੀ ਹੈ, ਇੱਥੋਂ ਅਰਥ ਜਿਹੜਾ ਹੈ ਸੋ ਉਹ ਆਪ ਸਰਵਣ ਕਰੋ, ਫਿਰ ਸਾਰਾ ਹੀ ਕਬਿਤ ਜਿਹੜਾ ਉਹ ਸਮਝ ਪਵੇਗਾ। ਇਸ ਪ੍ਰਕਾਰ ਫਰਮਾਉਂਦੇ ਹਨ। ਮਨ ਕੀਨੋ ਮੁਨੀ ਸਤੋ ਗੁਣ ਚੀਨ ਲੀਨੋ ਗੁਣੀ। ਅਖੀਰਲੀ ਪੰਕਤੀ ਪੜੋ। ਨਾਮ ਕੇ ਸੋ ਜਸ ਤੇ ਇਹ ਸਭੈ ਸ਼ੋਭਾਵਾਨ ਹੈ। ਨਾਮ ਕੇ ਸੋ ਜਸ ਤੇ ਇਹ ਸਭੈ ਸ਼ੋਭਾਵਾਨ ਹੈ। ਨਾਮ ਦੇ ਸ੍ਰੇਸ਼ਟ ਜਸ ਕਰਨੇ ਕਰਕੇ ਹੀ ਇਹ ਸਾਰੇ ਸ਼ੋਭਾਵਾਨ ਹੋ ਰਹੇ, ਭਾਵ ਸ਼ੋਭਾ ਪਾ ਰਹੇ ਹੈ। ਕੌਣ ਕੌਣ ਨਾਮ ਦਾ ਜਸ ਕਰਕੇ ਸ਼ੋਭਾ ਪਾ ਰਹੇ ਹੈ, ਉਹਨਾਂ ਦਾ ਹੁਣ ਜ਼ਿਕਰ ਕਵਿਰਾਜ ਕਰਦੇ ਹਨ। ਸੁਣੋ ਪਿਆਰ ਨਾਲ। ਬਾਣੀ ਛਬ ਬਨੀ ਅੰਗ। ਕਹਿੰਦੇ ਜਿਹੜੀ ਬਾਣੀ ਦੀ ਜਿਹੜੀ ਦੇਵੀ ਹੈ, ਭਾਵ ਜਿਹਨੂੰ ਸਰਸਵਤੀ ਸਾਰਦਾ ਵੀ ਕਿਹਾ ਜਾਂਦਾ ਹੈ, ਉਹਦੇ ਅੰਗ ਜਿਹੜੇ ਆ ਸ਼ੋਭਾ ਵਾਲੇ ਤਾਂ ਬਣ ਰਹੇ ਹੈ ਕਿਉਂਕਿ ਉਹ ਵੀ ਨਾਮ ਦੀ ਸ਼ੋਭਾ ਕਰ ਰਹੀ ਹੈ ਬਾਣੀ ਚ ਪਾ ਪਾ ਕਰਕੇ। ਉਹ ਸਾਰਦਾ ਦੀ ਐਡੀ ਮਹਾਨਤਾ ਕਿਉਂ ਹੈ, ਜਿਹਨੂੰ ਕਵੀ ਜਿਹੜੇ ਆ ਯਾਦ ਕਰਦੇ ਆ। ਤੋ ਇਸ ਪ੍ਰਕਾਰ ਇਹ ਮੰਗਲਾਚਰਨ ਕੱਲ ਇਸ ਪ੍ਰਕਾਰ ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀਗੀ। ਸਾਰਦਾ ਦਾ ਇੱਥੇ ਮੰਗਲ ਨਹੀਂ, ਕੇਵਲ ਜ਼ਿਕਰ ਹੀ ਆਇਆ ਹੈ। ਤੇ ਨਾਮ ਦੀ ਮਹਿਮਾ ਕਰਨੇ ਕਰਕੇ ਕਹਿੰਦੇ ਨੇ ਕਵਿਰਾਜ ਕਿ ਜਿਹੜੀ ਇਹ ਸਰਸਵਤੀ ਬਾਣੀ ਦੀ ਦੇਵੀ ਮੰਨੀ ਹੈ, ਉਹਦੀ ਵੀ ਸ਼ੋਭਾ ਜਿਹੜੀ ਆ ਉਹ ਨਾਮ ਦੇ ਪ੍ਰਤਾਪ ਕਰਕੇ ਹੀ ਹੈ, ਕਿਉਂਕਿ ਉਹ ਨਾਮ ਦੀ ਮਹਿਮਾ ਕਰਦੀ ਹੈ, ਨਾਮ ਦਾ ਜਸ ਕਰਦੀ ਹੈ। ਇਸ ਕਰਕੇ ਉਸਦੇ ਅੰਗਾਂ ਦੀ ਐਡੀ ਵੱਡੀ ਸ਼ੋਭਾ ਹੈ। ਸ਼ੇਖ ਤਨ ਸੰਗ ਰੰਗ। ਤੇ ਜਿਹੜਾ ਸ਼ੇਸ਼ ਨਾਗ ਵੈ ਉਸਦਾ ਜਿਹੜਾ ਰੰਗ ਜਿਹੜਾ ਇੰਨਾ ਉਜਲ ਵੈ, ਕਹਿੰਦੇ ਹੈ ਕਿ ਕਾਲੇ ਤੇ ਲਾਲ ਰੰਗ ਦੀ ਭਾ ਮਾਰਦਾ ਹੈ ਸ਼ੇਸ਼ ਨਾਗ ਦਾ ਜਿਹੜਾ ਰੰਗ ਵੈ। ਇਸ ਪ੍ਰਕਾਰ ਕਹਿੰਦੇ ਹਨ ਸ਼ੇਖ ਤਨ ਸੰਗ ਰੰਗ। ਤੇ ਉਹਦੇ ਇਸ ਪ੍ਰਕਾਰ ਜਿਹੜੀ ਸੰਗਤ ਭਾਵ ਭਗਤੀ ਕਰਨ ਦੀ, ਇਸ ਪ੍ਰਕਾਰ ਨਾਮ ਦੇ ਪ੍ਰੇਮ ਕਰਕੇ ਹੀ ਜਿਹੜਾ ਉਹਦਾ ਸ੍ਰੇਸ਼ਟ ਭਗਤੀ ਵਾਲਾ ਆਨੰਦ ਤੇ ਰੰਗ ਵੈ ਨਾ, ਉਹ ਉਹਨੂੰ ਚੜ ਰਿਹਾ ਹੈ। ਇਸ ਪ੍ਰਕਾਰ ਨਾਮ ਦੇ ਜਸ ਕਰਕੇ ਹੀ ਉਸਦਾ ਰੰਗ ਜਿਹੜਾ ਉਜਲ ਵੈ, ਉਸਦਾ ਜਿਹੜਾ ਰੰਗ ਵੈ ਪ੍ਰਤਾਪੀ ਹੈ। ਇਹ ਨਾਮ ਦੇ ਜਸ ਕਰਕੇ ਹੀ ਹੈ, ਭਾਵ ਭਗਤੀ ਦਾ ਜਿਹੜਾ ਉਹਨੂੰ ਰੰਗ ਚੜ ਰਿਹਾ ਹੈ। ਕਿਉਂਕਿ ਭਗਤੀ ਕਰਨ ਵਿੱਚ ਸ੍ਰੇਸ਼ਟ ਮੰਨਦੇ ਹੈ ਸ਼ੇਸ਼ ਨਾਗ ਨੂੰ ਵੀ, ਜਿਹੜਾ ਹੈ ਜੀਭਾਂ ਰਾਹੀਂ ਪਰਮੇਸ਼ਰ ਦੇ ਨਾਮ ਜਪਦਾ ਹੈ ਤੇ ਬੜੀ ਭਾਵਨਾ ਨਾਲ ਕਹਿੰਦੇ ਜਿਹੜਾ ਇੱਕ ਨਾਮ ਲੈਂਦਾ ਦੁਬਾਰਾ ਨਵਾਂ ਹੀ ਨਾਮ ਆਪਣੇ ਮੁਖ ਤੋਂ ਉਚਾਰਨ ਕਰਦਾ ਹੈ। ਸ਼ੇਸ਼ ਨਾਗ ਦਾ ਵੀ ਜਿਹੜਾ ਸ੍ਰੇਸ਼ਟ ਰੰਗ ਵੈ ਨਾ, ਉਹ ਨਾਮ ਦੇ ਪ੍ਰਤਾਪ ਕਰਕੇ ਹੀ ਉਜਲ ਵੈ। ਫਿਰ ਅਥਵਾ ਭਾਵ ਭਗਤੀ ਜਿਹੜੀ ਹੈ ਨਾ, ਉਹਦਾ ਜਿਹੜਾ ਉਹਨੂੰ ਆਨੰਦ ਆ ਰਿਹਾ, ਇਹ ਨਾਮ ਦੇ ਪ੍ਰਤਾਪ ਕਰਕੇ ਹੀ ਆ ਰਿਹਾ ਏ। ਗੰਗ ਕੇ ਤਰੰਗ ਸੋ। ਤੇ ਜਿਹੜੀਆਂ ਗੰਗਾ ਦੀਆਂ ਤਰੰਗਾਂ ਬੜੀਆਂ ਉਜਲ ਹਨ, ਇਹ ਵੀ ਕਹਿੰਦੇ ਨੇ ਨਾਮ ਕਰਕੇ ਹੀ ਹੈ। ਗੰਗਾ ਵੀ ਜਿਹੜੀ ਆ ਉਹ ਵਾਹਿਗੁਰੂ ਦੀ ਭਗਤੀ ਕਰਦੀ ਹੈ, ਨਾਮ ਦੇ ਪ੍ਰਤਾਪ ਕਰਕੇ, ਨਾਮ ਦਾ ਜਸ ਕਰਕੇ ਹੀ ਗੰਗਾ ਜਿਹੜੀ ਆ ਪਵਿੱਤਰ ਵੈ। ਇਸ ਪ੍ਰਕਾਰ ਜਿਹੜਾ ਹੈ ਨਾਮ ਤੋਂ ਵੱਡੀ ਕੋਈ ਚੀਜ਼ ਨਹੀਂ, ਸਭ ਤੋਂ ਵੱਡਾ ਨਾਮ ਹੀ ਕਵਿਰਾਜ ਦਰਸਾਉਂਦੇ ਹਨ। ਪਤੰਗ ਕੋ ਕੇ ਕਾਨ ਹੈ। ਤੇ ਇਸ ਪ੍ਰਕਾਰ ਜਿਹੜਾ ਪਤੰਗ ਸੂਰਜ ਵੈ,
ਉਹਦਾ ਜਿਹੜਾ ਕਕਾਨ ਘੋੜਾ ਮੰਨਿਆ ਜਾਂਦਾ ਚਿੱਟੇ ਰੰਗ ਦਾ। ਇਸ ਪ੍ਰਕਾਰ ਕਹਿੰਦੇ ਉਹਦਾ ਘੋੜਾ ਵੀ ਜਿਹੜਾ ਉਜਲ ਵੈ ਨਾ ਸੂਰਜ ਦਾ ਏਡਾ ਪ੍ਰਤਾਪ ਵੈ, ਉਹ ਨਾਮ ਕਰਕੇ ਹੀ ਹੈ। ਕਿਉਂਕਿ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਮਹਾਰਾਜ ਜੀ ਨੇ ਕਿਹਾ ਨਾਮ ਦੇ ਕਰਕੇ ਹੀ ਸੂਰਜ ਦਾ ਐਡਾ ਜ਼ਿਆਦਾ ਪ੍ਰਕਾਸ਼ ਹੈ, ਐਡਾ ਪ੍ਰਤਾਪ ਹੈ। ਤੇ ਉਹਦਾ ਇਸ ਪ੍ਰਕਾਰ ਜਿਹੜਾ ਘੋੜਾ ਮੰਨਿਆ ਸਵਾਰੀ ਵਾਲਾ ਚਿੱਟਾ, ਉਹਦਾ ਜਿਹੜਾ ਸਫੇਦ ਰੰਗ ਵੈ ਉਹ ਵੀ ਨਾਮ ਦੇ ਜਸ ਕਰਨੇ ਕਰਕੇ ਹੀ ਐਡਾ ਉਜਲ ਰੰਗ ਹੈ। ਲੰਬੋਦਰ ਰਦਨ ਕੀਨੋ। ਤੇ ਫਿਰ ਲੰਬੋਦਰ, ਲੰਬ ਉਦਰ, ਲੰਬਾ ਉਦਰ ਕਿਹਦਾ ਹੈ? ਲੰਬਾ ਪੇਟ, ਉਹ ਗਣੇਸ਼ ਦਾ। ਇਸ ਪ੍ਰਕਾਰ ਕਹਿੰਦੇ ਜਿਹੜੇ ਉਹਦੇ ਰਤਨ ਦੰਦ ਹਨ ਉਹ ਬੜੇ ਉਜਲ ਮੰਨੇ ਆ। ਉਹ ਵੀ ਨਾਮ ਦੇ ਪ੍ਰਤਾਪ ਕਰਕੇ ਹੀ ਉਹ ਨਾਮ ਦਾ ਜਸ ਕਰਦਾ ਹੈ। ਇਸ ਕਰਕੇ ਉਹਦੀ ਉਜਲਤਾਈ ਮੰਨੀ ਹੈ ਦੰਦਾਂ ਦੀ। ਧਨੁਖ ਮਦਨ ਚੀਨੋ। ਤੇ ਜਿਹੜਾ ਮਦਨ ਕਾਮਦੇਵ ਹੈ ਉਹਦਾ ਜਿਹੜਾ ਧਨੁਖ ਹੈ ਉਹ ਫੁੱਲਾਂ ਦਾ ਧਨੁਸ਼ ਹੈ ਕਾਮਦੇਵ ਦਾ। ਤੇ ਜਿਹਨੂੰ ਤੀਰ ਮਾਰਦਾ ਕਹਿੰਦੇ ਬਚਦਾ ਨਹੀਂ, ਉਹਦੇ ਜਿਹੜੇ ਸੰਕਲਪਾਂ ਰੂਪੀ ਫੁਰਨਿਆਂ ਰੂਪੀ ਤੀਰ ਜਦੋਂ ਆ ਕਰਕੇ ਵੱਜਦੇ ਆ। ਇਹਦੇ ਵਿੱਚ ਇੰਨੀ ਸ਼ਕਤੀ ਕਿਉਂ ਹੈ? ਕਹਿੰਦੇ ਨੇ ਕਿਉਂਕਿ ਇਹ ਵੀ ਨਾਮ ਦਾ ਪ੍ਰਤਾਪ ਜਿਹੜਾ ਹੈ ਨਾ ਉਹ ਕਾਮਦੇਵ ਕੋਲ ਹੈ। ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਹਨ ਉਹ ਨਾਮ ਕਰਕੇ ਹੀ ਅੱਗੇ ਪ੍ਰਫੁੱਲਤ ਹੁੰਦੀਆਂ ਹਨ, ਅੱਗੇ ਜਿਹੜੀਆਂ ਹਨ ਵਰਤਦੀਆਂ ਹਨ। ਇਉਂ ਕਵਿਰਾਜ ਕਹਿੰਦੇ ਨੇ ਉਹ ਮਦਨ ਕਾਮਦੇਵ ਵੀ ਨਾਮ ਦੇ ਪ੍ਰਤਾਪ ਨੂੰ ਚੀਨਦਾ ਹੈ, ਜਾਣਦਾ ਹੈ। ਕਿਉਂਕਿ ਜਿੱਥੇ ਨਾਮ ਦਾ ਪ੍ਰਤਾਪ ਆ ਜਾਂਦਾ ਹੈ ਨਾ ਉੱਥੋਂ ਕਾਮਦੇਵ ਵੀ ਫਿਰ ਅਭਾਵ ਹੋ ਜਾਂਦਾ, ਨਾਸ਼ ਹੋ ਜਾਂਦਾ। ਬਾਕੀ ਹੋਰ ਕਿੱਡੀਆਂ ਕਿੱਡੀਆਂ ਵੱਡੀਆਂ ਤਪੱਸਿਆਵਾਂ ਕਰਨ ਵਾਲੇ ਰਿਸ਼ੀ ਵੀ ਡੋਲ ਜਾਂਦੇ ਰਹੇ ਆ, ਸੌਰਭ ਰਿਸ਼ੀ ਵਰਗੇ ਵੀ। ਤੇ ਬਹੁਤ ਜ਼ਿਆਦਾ ਇਉਂ ਡਾਵਾਂ ਡੋਲ ਅਵਸਥਾ ਰਹਿੰਦੀ ਹੈ। ਪਰ ਨਾਮ ਦਾ ਪ੍ਰਤਾਪ ਤਾਂ ਉਹ ਕਾਮਦੇਵ ਵੀ ਚੀਨਦਾ ਹੈ, ਜਾਣਦਾ ਹੈ ਕਿ ਜਿੱਥੇ ਨਾਮ ਜਪਿਆ ਜਾਂਦਾ ਹੈ ਉੱਥੇ ਕਾਮਦੇਵ ਦਾ ਵੀ ਪ੍ਰਭਾਵ ਨਹੀਂ ਚੱਲਦਾ। ਇਹਦੇ ਉਹ ਫੁੱਲਾਂ ਵਾਲੇ ਧਨੁਸ਼ ਦੇ ਵਿੱਚੋਂ ਜਿਹੜਾ ਬੜਾ ਜ਼ਿਆਦਾ ਸ਼ਕਤੀ ਵਾਲਾ ਹੈ ਧਨੁਸ਼, ਵੱਡਿਆਂ ਵੱਡਿਆਂ ਰਿਸ਼ੀਆਂ ਨੂੰ ਜਿੱਤ ਲੈਂਦਾ ਹੈ। ਇਸ ਪ੍ਰਕਾਰ ਕਹਿੰਦੇ ਨਾਮ ਦੇ ਪ੍ਰਤਾਪ ਵਰਗੇ ਉਹਦੇ ਵੀ ਤੀਰ ਨਹੀਂ ਚੱਲਦੇ ਹਨ। ਇਸ ਪ੍ਰਕਾਰ ਇਹ ਕਾਮਦੇਵ ਵੀ ਨਾਮ ਦੇ ਪ੍ਰਤਾਪ ਨੂੰ ਜਾਣਦਾ ਹੈ। ਸ੍ਰੀਆ ਕੋ ਸਦਨ। ਤੇ ਸ੍ਰੀਆ ਜਿਹੜੀ ਇਸ ਪ੍ਰਕਾਰ ਸ਼੍ਰੀ ਜਿਹੜੀ ਹੈ ਲక్ష్ਮੀ, ਉਹਦਾ ਘਰ ਕਿਹੜਾ ਹੈ? ਸਦਨ ਘਰ, ਉਹ ਹੈ ਕਮਲ ਫੁੱਲ। ਕਮਲ ਫੁੱਲ ਦਾ ਵੀ ਜਿਹੜਾ ਪ੍ਰਤਾਪ ਹੈ, ਸ਼੍ਰੀ ਲక్ష్ਮੀ ਦਾ ਜਿਹੜਾ ਪ੍ਰਤਾਪ ਹੈ ਉਹ ਨਾਮ ਦੇ ਪ੍ਰਤਾਪ ਕਰਕੇ, ਨਾਮ ਦੇ ਸ੍ਰੇਸ਼ਟ ਜਸ ਕਰਕੇ ਪ੍ਰਤਾਪ ਹੈ। ਚਹੁ ਬਦਨ ਕੋ ਜਾਨ ਹੈ। ਤੇ ਇਸ ਪ੍ਰਕਾਰ ਚਹੁ ਬਦਨ, ਚੌਹਾਂ ਮੂੰਹਾਂ ਵਾਲਾ ਕੌਣ ਹੈ? ਬ੍ਰਹਮਾ। ਤੇ ਬ੍ਰਹਮਾ ਦਾ ਇਸ ਪ੍ਰਕਾਰ ਜਾਨ ਜਿਹੜੀ ਅਸਵਾਰੀ ਹੈ ਉਹ ਕਿਹੜੀ ਹੈ? ਹੰਸ। ਹੰਸ ਜਿਹੜਾ ਇੰਨਾ ਉਜਲ ਵੈ ਬ੍ਰਹਮਾ ਦੀ ਅਸਵਾਰੀ ਕਰਨ ਵਾਲਾ, ਉਹ ਵੀ ਨਾਮ ਦੇ ਸ੍ਰੇਸ਼ਟ ਜਸ ਕਰਕੇ ਹੀ ਹੈ। ਬ੍ਰਹਮਾ ਜੀ ਦਾ ਵੀ ਜਿਵੇਂ ਕੱਲ ਕਵੀ ਜੀ ਕਹਿ ਆਏ ਸੀਗੇ ਕਿ ਉਹ ਜਾਣਦੇ ਹੈ ਬ੍ਰਹਮਾ ਜੀ ਕਿ ਨਾਮ ਦੀ ਕੀ ਸ਼ਕਤੀ ਹੈ। ਕਿਉਂਕਿ ਨਾਮ ਦੀ ਸ਼ਕਤੀ ਕਰਕੇ ਹੀ ਉਹਨਾਂ ਕੋਲ ਸ੍ਰਿਸ਼ਟੀ ਰਚਨ ਦੀ ਤਾਕਤ ਆਉਂਦੀ ਹੈ। ਇਸ ਪ੍ਰਕਾਰ ਜਿਹੜਾ ਇੰਨਾ ਉਜਲ ਵੈ ਹੰਸ ਬ੍ਰਹਮਾ ਦੀ ਅਸਵਾਰੀ ਵਾਲਾ, ਉਹਦੀ ਉਜਲਤਾਈ ਵੀ ਨਾਮ ਦੇ ਸ੍ਰੇਸ਼ਟ ਜਸ ਕਰਕੇ ਹੈ। ਕਰੁਣਾ ਨਿਧਾਨ ਸ੍ਰਿਗ। ਕਰੁਣਾ ਨਿਧਾਨ ਕਿਰਪਾ ਦਾ ਖਜ਼ਾਨਾ ਭਾਵ ਸਮੁੰਦਰ। ਪਰ ਇੱਥੇ ਪ੍ਰਕਰਨ ਤੋਂ ਲੈ ਰਹੇ ਕਵਿਰਾਜ ਕਿ ਵਿਸ਼ਨੂੰ ਦੀ ਜਿਹੜੀ ਸ੍ਰਿੰਗ ਮਾਲਾ ਹੈ ਉਹ ਬੜੀ ਉਜਲ ਮੰਨੀ ਹੈ। ਕਹਿੰਦੇ ਉਹ ਵੀ ਨਾਮ ਦੇ ਪ੍ਰਤਾਪ ਕਰਕੇ, ਕਿਉਂਕਿ ਉਸ ਮਾਲਾ ਦੇ ਨਾਲ ਵਿਸ਼ਨੂੰ ਵੀ ਵਾਹਿਗੁਰੂ ਦੀ ਭਗਤੀ ਕਰਦਾ ਹੈ, ਪਰਮੇਸ਼ਰ ਦੇ ਕੋਲੋਂ ਕਿਰਪਾ ਪ੍ਰਾਪਤ ਹੁੰਦੀ ਹੈ। ਤੇ ਇਸ ਪ੍ਰਕਾਰ ਫਿਰ ਅੱਗੇ ਜਿਹੜੀਆਂ ਹਨ ਉਹ ਸ਼ਕਤੀਆਂ ਦੇ ਸਹਿਤ ਇਹ ਸੰਸਾਰ ਦੇ ਅੰਦਰ ਪਾਲਣਾ ਕਰਦੇ ਹੈ। ਇਉਂ ਕਵਿਰਾਜ ਕਹਿੰਦੇ ਹਨ ਕਿ ਉਹ ਜਿਹੜੀ ਮਾਲਾ ਦੇ ਅੰਦਰ ਜਿਹੜੀ ਹੈ ਉਜਲਤਾਈ ਉਹ ਵੀ ਨਾਮ ਦੇ ਸ੍ਰੇਸ਼ਟ ਜਸ ਕਰਕੇ ਹੈ। ਜਾਨ ਕੀਨੀ ਜਾਨ ਮ੍ਰਿਗ। ਤੇ ਜਿਹੜਾ ਇਸ ਪ੍ਰਕਾਰ ਚੰਦਰਮਾ ਹੈ ਇਹ ਮ੍ਰਿਗ ਦੀ ਹਿਰਨ ਦੀ ਅਸਵਾਰੀ ਕਰਨ ਵਾਲਾ, ਇਹਦੀ ਜਿਹੜੀ ਜਾਨ ਚਾਂਦਨੀ ਹੈ ਉਹ ਇੰਨੀ ਜਿਹੜੀ ਹੈ ਉਜਲ ਕਿਉਂ ਹੈ? ਕਹਿੰਦੇ ਨਾਮ ਦੇ ਜਸ ਕਰਕੇ ਹੀ ਇਹਦੀ ਚਾਂਦਨੀ ਜਿਹੜੀ ਉਜਲ ਵੈ। ਨਾਮ ਦੇ ਪ੍ਰਤਾਪ ਕਰਕੇ ਹੀ ਚੰਦਰਮਾ ਦੀਆਂ ਕਿਰਨਾਂ ਵਿੱਚ ਰਸ ਵੈ। ਕਹਿੰਦੇ ਚੰਦਰਮਾ ਦੀਆਂ ਕਿਰਨਾਂ ਰਸ ਭਰਦੀਆਂ ਨਾ ਫਲਾਂ ਵਿੱਚ। ਕਵਿਰਾਜ ਕਹਿੰਦੇ ਨਾਮ ਦੇ ਪ੍ਰਤਾਪ ਕਰਕੇ ਹੀ ਹੈ। ਨਾਮ ਦਾ ਸ੍ਰੇਸ਼ਟ ਜਸ ਹੋਣੇ ਕਰਕੇ ਹੀ ਜਿਹੜੀ ਹੈ ਨਾ ਚੰਦਰਮਾ ਦੀ ਚਾਂਦਨੀ ਉਜਲ ਵੈ, ਬੜੀ ਸਫੇਦ ਹੈ, ਜਿਹੜਾ ਹਿਰਨ ਦੀ ਅਸਵਾਰੀ ਕਰਦਾ ਏ। ਭਸਮ ਸੋ ਤੀਨ ਦ੍ਰਿਗ। ਤੇ ਇਸ ਪ੍ਰਕਾਰ
ਤੀਨ ਦ੍ਰਿਗ, ਤਿੰਨਾਂ ਨੇਤਰਾਂ ਵਾਲਾ ਕੌਣ ਹੈ? ਸ਼ਿਵ। ਸ਼ਿਵ ਦੇ ਸਰੀਰ ਦੇ ਉੱਤੇ ਭਸਮ ਮਲੀ ਹੋਈ ਹੈ, ਤੇ ਭਸਮ ਮਲ ਕਰਕੇ ਜਿਹਨੇ ਚਿੱਟੇ ਰੰਗ ਦੀ ਭਸਮ ਮਲ ਕਰਕੇ ਬੜਾ ਆਪਣਾ ਪ੍ਰਤਾਪ ਬਣਾਇਆ ਹੋਇਆ, ਬੜਾ ਜਿਹੜਾ ਉੱਜਲ ਰੰਗ ਭਾਸ ਰਿਹਾ ਹੈ ਸਵਾਹ ਦੇ ਵਿੱਚ ਦੀ ਵੀ, ਉਹ ਨਾਮ ਦੇ ਪ੍ਰਤਾਪ ਕਰਕੇ ਹੈ। ਸੁਧਾ ਸੁਰ ਪਾਨ ਹੈ, ਤੇ ਸੁਧਾ ਜਿਹੜਾ ਅੰਮ੍ਰਿਤ ਹੈ, ਤੇ ਜਿਹਨੂੰ ਸੁਰ ਦੇਵਤੇ ਪਾਨ ਪੀਣਾ ਕਰਦੇ ਹੈ, ਉਹ ਅੰਮ੍ਰਿਤ ਵਿੱਚ ਵੀ ਸ਼ਕਤੀ ਹੈ, ਤੇ ਨਾਮ ਦੇ ਕਰਕੇ ਹੀ ਸ਼ਕਤੀ ਹੈ। ਮਨ ਕੀਨੋ ਮੁਨੀ, ਤੇ ਜਿਹੜੇ ਇਸ ਪ੍ਰਕਾਰ ਹਨ ਮੁਨੀ ਲੋਕ, ਸਤੋ ਗੁਣ ਚੀਨ ਲੀਨੋ ਗੁਨੀ। ਤੇ ਫਿਰ ਪੜੋ, ਮਨ ਕੀਨੋ ਮੁਨੀ, ਮਨ ਕੀਨੋ ਮੁਨੀ, ਸਤੋ ਗੁਣ ਚੀਨ ਲੀਨੋ ਗੁਨੀ। ਮਨ ਸਤੋ ਗੁਣ ਤੇ ਵਿਸ਼ਰਾਮ ਲਾਓ। ਮਨ ਕੀਨੋ ਮੁਨੀ ਸਤੋ ਗੁਣ, ਜਿਹੜੇ ਮਨ ਦੇ ਅੰਦਰ ਮੁਨੀ ਲੋਕ ਹੈ, ਉਹਨਾਂ ਨੇ ਨਾਮ ਦਾ ਮੰਨਣ ਕਰਕੇ ਆਪਣੇ ਮਨ ਨੂੰ ਸਤੋ ਗੁਣ ਦੇ ਪ੍ਰਭਾਵ ਥੱਲੇ ਲੈ ਆਉਂਦਾ ਹੈ। ਨਾਮ ਦੇ ਸ੍ਰੇਸ਼ਟ ਜਸ ਕਰਕੇ ਉਹਨਾਂ ਦੇ ਅੰਦਰ ਸਤੋ ਗੁਣ ਦਾ ਪ੍ਰਭਾਵ ਜਿਹੜਾ ਉਹ ਵਧਿਆ ਹੈ, ਸਤੋ ਗੁਣ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਹੈ। ਇਸ ਪ੍ਰਕਾਰ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਹਰ ਵੇਲੇ ਵਾਹਿਗੁਰੂ ਦੇ ਪ੍ਰੇਮ ਵਿੱਚ ਲੀਨ ਰਹਿੰਦੇ ਹੈ। ਕਿਉਂ? ਜਿਹੜੇ ਮੰਨਣਸ਼ੀਲ ਮੁਨੀ ਹਨ ਨਾ, ਉਹਨਾਂ ਨੇ ਆਪਣੇ ਮਨ ਦੇ ਅੰਦਰ ਨਾਮ ਦਾ ਸ੍ਰੇਸ਼ਟ ਜਸ ਕਰਕੇ ਸਤੋ ਗੁਣ ਵਿੱਚ ਆਪਣੇ ਮਨ ਨੂੰ ਜਿਹੜਾ ਉਹ ਲੀਨ ਕਰ ਲਿਆ ਏ। ਚੀਨ ਲੀਨੋ ਗੁਣੀ, ਤੇ ਜਿਹੜੇ ਗੁਣੀ ਲੋਕ ਹਨ, ਉਹਨਾਂ ਨੇ ਚੀਨ ਲਿਆ, ਜਾਣ ਲਿਆ ਕਿ ਨਾਮ ਵੱਡੇ ਤੋਂ ਵੱਡਾ ਹੈ, ਨਾਮ ਦਾ ਪ੍ਰਤਾਪ ਹੀ ਸਭ ਤੋਂ ਮਹਾਨ ਹੈ। ਇਹ ਜਿਹੜੇ ਪੁਰਾਣਕ ਕਥਾਵਾਂ ਜਿਵੇਂ ਆਉਂਦੀਆਂ ਨੇ, ਕਵਿਰਾਜ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਤੇ ਇਸ ਪ੍ਰਕਾਰ ਕਹਿੰਦੇ ਇਹ ਨਾਮ ਦੀ ਮਹਿਮਾ ਜਾਣਦੇ ਆ ਸਾਰੇ, ਨਾਮ ਦੇ ਪ੍ਰਤਾਪ ਕਰਕੇ ਹੀ ਇਹਨਾਂ ਕੋਲ ਇਸ ਪ੍ਰਕਾਰ ਵਡਿਆਈ ਹੈ, ਇਹਨਾਂ ਦਾ ਜਸ ਵੈ, ਇਹਨਾਂ ਦੇ ਉੱਜਲ ਰੰਗ ਵੈ। ਜੋ ਕੁਝ ਵੀ ਸੁਹੱਪਣ ਕਹਿੰਦੇ ਸੰਸਾਰ ਵਿੱਚ ਦਿਸਦਾ ਹੈ, ਜਾਂ ਜੋ ਕੁਝ ਵੀ ਸੁਹੱਪਣ ਪੁਰਾਣਕ ਕਥਾਵਾਂ ਵਿੱਚ ਆਉਂਦਾ ਹੈ, ਕਵਿਰਾਜ ਕਹਿੰਦੇ ਸਭ ਨਾਮ ਤੋਂ ਹੀ ਹੈ। ਨਾਮ ਤੋਂ ਬਿਨਾਂ ਕਿਸੇ ਕੋਲ ਕੋਈ ਸ਼ਕਤੀ ਨਹੀਂ, ਸਭ ਸ਼ਕਤੀਆਂ ਵਾਹਿਗੁਰੂ ਨਾਮ ਵਿੱਚੋਂ ਹੀ ਪ੍ਰਕਾਸ਼ਦੀਆਂ ਹਨ। ਇਉਂ ਕਵਿਰਾਜ ਕਹਿੰਦੇ ਜਿਹੜੇ ਮੰਨਣਸ਼ੀਲ ਮੁਨੀ ਹੈ, ਉਹਨਾਂ ਨੇ ਆਪਣੇ ਮਨ ਨੂੰ ਜੇ ਸਤੋਗੁਣ ਦੇ ਪ੍ਰਭਾਵ ਵਿੱਚ ਲਿਆਂਦਾ, ਤੇ ਕਿਸ ਚੀਜ਼ ਨਾਲ ਲਿਆਂਦਾ? ਨਾਮ ਦਾ ਜਾਪ ਕਰਕੇ, ਨਾਮ ਦਾ ਸ੍ਰੇਸ਼ਟ ਜਸ ਕਰਕੇ। ਤੇ ਗੁਣੀ ਲੋਕਾਂ ਨੇ ਕੀ ਚੀਨਿਆ, ਕੀ ਜਾਣਿਆ ਹੈ, ਦੱਸਦੇ ਹਨ। ਨਾਮ ਕੇ ਸੁਜਸ ਤੇ ਇਹ ਸਭੈ ਸੋਭਾਵਾਨ ਹੈ। ਨਾਮ ਦੇ ਸ੍ਰੇਸ਼ਟ ਜਸ ਤੋਂ ਇਹ ਸਾਰੇ ਸੋਭਾਵਾਨ ਹਨ, ਇਹ ਸਾਰੇ ਹੀ ਸੋਭਾ ਪਾ ਰਹੇ ਹੈ। ਭਾਵ ਕਹਿਣ ਤੋਂ ਕਿ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਸੋਭਾ ਨਹੀਂ ਪਾਉਂਦੀ। ਤੇ ਹੇ ਮੇਰੇ ਮਨਾ, ਤੂੰ ਨਾਮ ਤੋਂ ਬਿਨਾਂ ਕਿਵੇਂ ਸੋਭਾ ਪਾ ਲਏਗਾ? ਵੇਖ, ਮੁਖ ਵੀ ਦੁਰਗੰਧੀ ਦੇਣ ਲੱਗ ਜਾਂਦਾ ਹੈ, ਨੇਤਰ ਵੀ ਜਿਹੜੇ ਹੈ ਉਹ ਸੇਕ ਮਾਰਨ ਲੱਗ ਜਾਂਦੇ ਹੈ, ਸੁਣ ਸੁਣ ਕੇ ਕੰਨ ਵੀ ਬੋਲੇ ਹੋ ਜਾਣਗੇ। ਵੇਖ ਤੂੰ ਭਜਨ ਨਹੀਂ ਕਰਦਾ, ਨਾਮ ਨਹੀਂ ਜਪਦਾ। ਜੇ ਕਿਸੇ ਦਾ ਕੋਈ ਪ੍ਰਤਾਪ ਹੈ ਨਾ, ਜੇ ਕਿਸੇ ਦੀ ਕੋਈ ਸੋਭਾ ਹੈ, ਤੇ ਉਹ ਤਿੰਨਾਂ ਲੋਕਾਂ 'ਚ ਨਾਮ ਕਰਕੇ ਹੀ ਹੈ, ਨਾਮ ਦੇ ਪ੍ਰਤਾਪ ਕਰਕੇ ਹੀ ਵਡਿਆਈ ਹੈ। ਜੇ ਤੂੰ ਸਮਝਦਾ ਹੈ ਕਿ ਮੇਰਾ ਬੜਾ ਪ੍ਰਤਾਪ, ਮੇਰੀ ਬੜੀ ਵਡਿਆਈ ਹੈ, ਕੋਈ ਪਿਛਲੇ ਜਨਮ 'ਚ ਤੂੰ ਕੋਈ ਨਾਮ ਦਾ ਜਿਹੜਾ ਜਾਪ ਕੀਤਾ, ਜਿਸ ਕਰਕੇ ਤੈਨੂੰ ਥੋੜ੍ਹੀ ਬਾਲੀ ਇਹ ਵਡਿਆਈ ਤੇ ਪ੍ਰਤਾਪ ਪ੍ਰਾਪਤ ਹੋ ਰਿਹਾ, ਆਪਣੀ ਖਲ ਦਾ, ਆਪਣੇ ਚਮੜੇ ਦਾ ਮਾਣ ਨਾ ਕਰ। ਹੱਡੀਆਂ ਤੇ ਚੰਮ ਦਾ ਕੀ ਕਿਸੇ ਨੇ ਵਡਿਆਈ ਕਰਨੀ ਹੈ? ਇਹ ਤਾਂ ਕੋਈ ਪਿਛਲੇ ਜਨਮ ਵਿੱਚ ਤੂੰ ਕਮਾਈ ਕੀਤੀ, ਜਿਸ ਕਰਕੇ ਤੈਨੂੰ ਇਹ ਪ੍ਰਤਾਪ ਮਿਲਿਆ, ਇਹ ਜਸ ਮਿਲਿਆ। ਇਸ ਕਰਕੇ ਵਾਹਿਗੁਰੂ ਦਾ ਨਾਮ ਜਪ ਲੈ, ਭਜਨ ਕਰ ਲੈ, ਤਾਂ ਜੋ ਤੇਰਾ ਸਰੀਰ ਸਫਲਾ ਹੋ ਜਾਵੇ। ਇਹ 4 ਯੁੱਗਾਂ ਵਿੱਚ ਜਿਹੜੇ ਵੀ ਹੋਏ ਆ, ਉਹ ਨਾਮ ਦੇ ਪ੍ਰਤਾਪ ਕਰਕੇ ਹੀ ਵੱਡੇ ਹੋਏ ਆ। ਕਵਿਰਾਜ ਕਹਿੰਦੇ ਨਾਮ ਦੇ ਪ੍ਰਤਾਪ ਕਰਕੇ ਹੀ ਤਿੰਨੇ ਲੋਕ ਸੋਭਾਵਾਨ ਹਨ, ਇਹ ਗਿਆਨਵਾਨਾਂ ਨੇ ਜਾਣ ਲਿਆ ਏ। ਕਬਿਤ ਤਾਤ ਸੁਤ ਮਾਤ ਹਿਤੂ ਸੋਦਰ ਸਹੋਦਰੀ। ਹੁਣ ਕਵਿਰਾਜ ਦੱਸਦੇ ਆ ਕਿ ਨਾਮ ਨੂੰ ਭੁਲਾ ਕਰਕੇ ਮਨ ਕਿੱਧਰ ਲੱਗਾ ਰਹਿੰਦਾ ਹਰ ਵੇਲੇ। ਇਸ ਪ੍ਰਕਾਰ ਕਹਿੰਦੇ ਹਨ, ਇੱਕ ਇੱਕ ਕਰਕੇ ਪੜੋ। ਤਾਤ ਕਹਿੰਦੇ ਪਿਤਾ ਦੇ ਮੋਹ ਵਿੱਚ ਜਿਹੜਾ ਹੈ ਉਹ ਮਨ ਲੱਗਾ ਰਹਿੰਦਾ ਹੈ। ਇਸ ਪ੍ਰਕਾਰ ਬਚਪਨ ਦੇ ਅੰਦਰ ਪਿਤਾ ਦਾ ਆਸਰਾ ਹੁੰਦਾ ਹੈ, ਜਵਾਨੀ ਆ ਜਾਂਦੀ ਹੈ, ਫਿਰ ਕਿਹੋ ਜਿਹੇ ਇਹ ਰਿਸ਼ਤੇ ਜਿਹੜੇ ਆ ਸਾਰੇ, ਉਹਨਾਂ ਵਿੱਚ ਮਨ ਲੱਗਾ ਰਹਿੰਦਾ ਹੈ। ਕਵਿਰਾਜ ਕਹਿੰਦੇ ਨੇ ਨਾਮ ਨੂੰ ਭੁਲਾ ਕਰਕੇ
ਪਿਤਾ ਦੇ ਮੋਹ ਵਿੱਚ ਮਨ ਜੁੜਿਆ ਰਹਿੰਦਾ ਏ ਸੁਤ ਤੇ ਸੁੱਤ ਪੁੱਤਰ ਦੇ ਮੋਹ ਵਿੱਚ ਲੱਗਾ ਰਹਿੰਦਾ ਹੈ। ਮਾਤ ਮਾਤਾ ਦੇ ਨੇਹ ਕਰਕੇ ਜਿਹੜਾ ਹੈ ਉਹ ਸਦਾ ਮਮਤਾ ਚਿੰਬੜੀ ਰਹਿੰਦੀ ਹੈ। ਹਿਤੂ ਤੇ ਹਿਤੂ ਜਿਹੜੇ ਮਿੱਤਰ ਹਨ ਪ੍ਰੇਮ ਕਰਨ ਵਾਲੇ। ਸੋਦਰ ਸੋਦਰ ਇਸ ਪ੍ਰਕਾਰ ਕਹਿੰਦੇ ਆ ਸਾ ਉਦਰ ਇੱਕੋ ਪੇਟ ਤੋਂ ਪੈਦਾ ਹੋਣ ਵਾਲੇ ਭਾਵ ਭਰਾ ਜਿਹੜੇ ਸਕੇ ਮਾਂ ਜਾਏ ਭਰਾਵਾਂ ਵਿੱਚ ਜਿਹੜਾ ਹੈ ਉਹ ਮਨ ਲੱਗਾ ਰਹਿੰਦਾ ਏ। ਸੁਹੋਦਰੀ ਸੋ ਤੇ ਸਾ ਉਦਰੀ ਭਾਵ ਉਸੇ ਹੀ ਉਦਰ ਤੋਂ ਜਨਮ ਲੈਣ ਵਾਲੀ ਲੜਕੀ ਭਾਵ ਭੈਣ ਭਰਾਵਾਂ ਤੇ ਭੈਣਾਂ ਦੇ ਵਿੱਚ ਇਸ ਪ੍ਰਕਾਰ ਮਨ ਲੱਗਾ ਰਹਿੰਦਾ ਹੈ ਕਿ ਮੇਰੇ ਰਿਸ਼ਤੇ ਹਨ, ਮੇਰੇ ਬੜਾ ਇਉਂ ਪਿਆਰ ਕਰਦੇ ਆ, ਸਾਹਾਂ ਨਾਲ ਜਿਉਂਦੇ ਆ। ਮਾਤਾ ਪਿਤਾ ਪੁੱਤਰ ਭੈਣ ਭਰਾ ਮਿੱਤਰ ਇਹਨਾਂ ਵਿੱਚ ਲੱਗਾ ਰਹਿੰਦਾ ਹੈ। ਮੋਦ ਮੈਂ ਕਿਸ਼ੋਦਰੀ ਸੋ ਗਾਡੋ ਲਪਟਾਇਓ ਹੈ। ਤੇ ਮੋਦ ਆਨੰਦ ਵਿੱਚ ਕਿਸ਼ੋਦਰੀ ਕਹਿੰਦੇ ਆ ਇਸਤਰੀ ਨੂੰ। ਇਸ ਪ੍ਰਕਾਰ ਕ੍ਰਿਸ਼ ਉਦਰੀ ਪਤਲੇ ਲੱਕ ਵਾਲੀ ਭਾਵ ਇਸਤਰੀ ਉਹਦੇ ਮੋਹ ਵਿੱਚ ਹੀ ਹਰ ਵੇਲੇ ਇਹ ਮਨ ਜਿਹੜਾ ਲਪਟਾਇਓ ਹੈ, ਲਪਟਿਆ ਰਹਿੰਦਾ ਹੈ, ਲੰਪਟ ਹੋਇਆ ਰਹਿੰਦਾ, ਚਿੰਬੜਿਆ ਰਹਿੰਦਾ ਹੈ। ਇਹ ਸਾਰੇ ਰਿਸ਼ਤੇ ਗਿਣੇ ਆ ਕਵਿਰਾਜ ਜੀ ਨੇ ਕਿ ਨਾਮ ਨੂੰ ਮਨਾਂ ਤੋਂ ਵਿਸਾਰ ਛੱਡਿਆ ਹੈ। ਮਾਤਾ ਪਿਤਾ ਪੁੱਤਰ ਧੀਆਂ ਭੈਣ ਭਰਾ ਮਿੱਤਰ ਇਹਨਾਂ ਵਿੱਚ ਤੇ ਆਪਣੀ ਇਸਤਰੀ ਦੇ ਮੋਹ ਵਿੱਚ ਤੂੰ ਲਪਟਿਆ ਹੋਇਆ ਹੈ। ਮਤ ਜੇ ਮਤੰਗ ਜਵੀ ਚੰਚਲ ਤੁਰੰਗ ਬ੍ਰਿੰਦ ਫਿਰ ਕਿਥੇ ਕਿਥੇ ਹੋਰ ਲੱਗਾ ਹੋਇਆ ਹੈ। ਮਤ ਜਿਹੜੇ ਭਾਵ ਮਸਤ ਮਤੰਗ ਹਾਥੀ ਹਨ। ਇਸ ਪ੍ਰਕਾਰ ਜਵੀ ਚਾਲ ਨੂੰ ਕਹਿੰਦੇ ਐ। ਜਿਹੜੇ ਸੋਹਣੀ ਮਸਤ ਚਾਲ ਚੱਲਣ ਵਾਲੇ ਹਾਥੀ ਐ ਉਹਨਾਂ ਦੇ ਵਿੱਚ ਮਨ ਲੱਗਾ ਹੋਇਆ, ਕਿਉਂਕਿ ਉਹਨਾਂ ਸਮਿਆਂ ਵਿੱਚ ਇਹ ਸਵਾਰੀਆਂ ਬੜੀਆਂ ਅਹਿਮ ਹੁੰਦੀਆਂ ਸੀ, ਬੜੀ ਅਮੀਰੀ ਵਾਲੀਆਂ ਹੁੰਦੀਆਂ ਸੀਗੀਆਂ। ਅੱਜ ਵੀ ਚੰਗੀਆਂ ਅਮੀਰੀ ਵਾਲੀਆਂ ਸਵਾਰੀਆਂ ਮੰਨੀਆਂ ਜਾਂਦੀਆਂ ਹਨ, ਪਰ ਜਿਵੇਂ ਜਿਵੇਂ ਹੁਣ ਸਮਾਂ ਬਦਲਿਆ ਤੇ ਸਵਾਰੀਆਂ ਵਾਸਤੇ ਲੋਕ ਹੁਣ ਸੋਹਣੀਆਂ ਸੋਹਣੀਆਂ ਗੱਡੀਆਂ ਨਾਲ ਪਿਆਰ ਕਰਦੇ ਆ। ਇਸ ਪ੍ਰਕਾਰ ਕਵਿਰਾਜ ਜੀ ਕਹਿੰਦੇ ਆ, ਫਿਰ ਪੜ੍ਹ ਦਿਓ। ਮਤ ਜੇ ਮਤੰਗ ਜਵੀ ਮਤ ਜੇ ਮਤੰਗ ਜਵੀ ਜਿਹੜੇ ਮਤੰਗ ਹਾਥੀ ਹਨ, ਮਸਤ ਚਾਲ ਨੂੰ ਚੱਲਣ ਵਾਲੇ। ਚੰਚਲ ਤੁਰੰਗ ਬ੍ਰਿੰਦ ਤੇ ਬਹੁਤ ਜ਼ਿਆਦੇ ਚੰਚਲ ਸੋਹਣੇ ਘੋੜੇ ਜਿਹੜੇ ਆ ਵੀ ਸਵਾਰੀਆਂ ਮੰਨੀਆਂ ਜਾਂਦੀਆਂ ਬੜੀਆਂ ਸੋਹਣੀਆਂ। ਇਸ ਪ੍ਰਕਾਰ ਕਹਿੰਦੇ ਆ ਇਹਨਾਂ ਸੋਹਣੀਆਂ ਸਵਾਰੀਆਂ ਵਿੱਚ ਹਨੀ ਚਤੁਰੰਗਨੀ ਸੋ ਹਿਰਦਾ ਹੁਲਸਾਇਓ ਹੈ। ਤੇ ਜਿਹੜੀ ਚਤੁਰੰਗਣੀ ਸੈਨਾ ਹੈ ਅਨੀ ਸੈਨਾ ਉਹਦੇ ਵਿੱਚ ਇਸ ਪ੍ਰਕਾਰ ਹਿਰਦਾ ਹੁਲਸਾਇਓ ਹੈ। ਮਨ ਬੜਾ ਖੁਸ਼ ਹੋ ਰਿਹਾ ਹੈ ਕਿ ਮੇਰੇ ਕੋਲ ਤਾਂ ਰਥਾਂ ਦੀ ਸੈਨਾ, ਘੋੜ ਸਵਾਰ ਸੈਨਾ, ਪੈਦਲ ਸੈਨਾ ਹੈ। ਇਸ ਪ੍ਰਕਾਰ ਜਿਹੜੀ ਹਾਥੀਆਂ ਦੀ ਸੈਨਾ, ਮੇਰੇ ਕੋਲ ਤਾਂ ਚਤੁਰੰਗਣੀ ਸੈਨਾ। ਇਉਂ ਵੇਖ ਵੇਖ ਕੇ ਹਿਰਦਾ ਬੜਾ ਹੁਲਸਾਇਓ ਖੁਸ਼ ਹੁੰਦਾ ਹੈ। ਤੇ ਰਿਸ਼ਤੇਦਾਰੀਆਂ ਵਿੱਚ ਬਹੁਤ ਜ਼ਿਆਦਾ ਮਨ ਜਿਹੜਾ ਹੈ ਉਹ ਖਾਣ ਪੀਣ ਹੱਸਣ ਖੇਡਣ 'ਚ ਹੀ ਬੜਾ ਪ੍ਰਸੰਨ ਰਹਿੰਦਾ ਹੈ। ਆਥ ਨਿਤ ਹਾਥ ਚਾਹੇ ਤੇ ਆਥ ਜਿਹੜੀ ਮਾਇਆ ਹੈ ਧਨ ਉਹਨੂੰ ਨਿਤਾ ਪ੍ਰਤੀ ਹੱਥ ਵਿੱਚ ਚਾਹੁੰਦਾ ਹੈ, ਪ੍ਰਾਪਤ ਕਰਨਾ ਚਾਹੁੰਦਾ ਹੈ। ਰਾਤ ਦਿਨ ਹੀ ਇਹਦੇ ਸੰਕਲਪ ਲੱਗੇ ਰਹਿੰਦੇ ਕਿ ਕਿਵੇਂ ਆਵੇ। ਜਨਮ ਆਕਾਸ਼ ਖੋਤ ਤੇ ਜਨਮ ਜਿਹੜਾ ਉਹ ਆਕਾਰਥ ਵਿਅਰਥ ਖਰਾਬ ਕਰ ਰਿਹਾ ਹੈ ਧਨ ਦੇ ਇਕੱਠੇ ਕਰਨ ਵਿੱਚ। ਅੰਤ ਕੋ ਨਾ ਸਾਥ ਮਨ ਜਾਂ ਸੋ ਡਹਿਕਾਇਓ ਹੈ। ਜਿਸ ਚੀਜ਼ ਦੇ ਨਾਲ ਮਨ ਜਿਹੜਾ ਉਹ ਡਹਿਕਾ ਰਿਹਾ ਭਾਵ ਛਲਿਆ ਜਾ ਰਿਹਾ ਹੈ, ਅੰਤ ਨੂੰ ਤਾਂ ਇਹ ਮਨਾ ਇਹ ਚੀਜ਼ਾਂ ਸਾਥ ਨਹੀਂ ਦੇਣਗੀਆਂ ਨਾ। ਕੋਈ ਮਾਤਾ ਪਿਤਾ ਭੈਣ ਭਰਾ ਚਤੁਰੰਗਣੀ ਸੈਨਾ ਹਾਥੀ ਘੋੜੇ ਮੱਝਾਂ ਗਾਵਾਂ ਸਭ ਇੱਥੇ ਹੀ ਛੱਡ ਕੇ ਜਾਣਾ ਪੈਣਾ। ਅੰਤ ਨੂੰ ਤਾਂ ਕਿਸੇ ਚੀਜ਼ ਨੇ ਸਾਥ ਨਹੀਂ ਦੇਣੀ। ਇਹ ਧਨ ਵੀ ਜਿਹਨੂੰ ਰਾਤ ਦਿਨ ਮਨ ਚੇਤੇ ਕਰਦਾ ਰਹਿੰਦਾ ਇਕੱਠਾ ਕਰਨ ਨੂੰ, ਇਹ ਵੀ ਨਾਲ ਨਹੀਂ ਸਾਥ ਦੇਵੇਗਾ। ਕੂੜ ਹੈ ਰੇ ਕੂੜ ਮਨ ਮੂੜ ਇਹ ਕਹਿੰਦੇ ਹੈ ਮੇਰੇ ਮੂਰਖ ਮਨਾ, ਝੂਠ ਹੈ ਇਹ, ਝੂਠ ਹੈ ਇਹ ਸਭ ਕੁਛ ਜਿਹਨੂੰ ਤੂੰ ਸੱਚ ਸਮਝ ਰਿਹਾ ਹੈ, ਸਭ ਕੁਝ ਝੂਠ ਹੈ। ਲਗ ਨਾਮ ਰੂੜ ਤੇ ਜਿਹੜਾ ਰੂੜ ਸੁੰਦਰ ਨਾਮ ਹੈ ਨਾ, ਇਹ ਮੇਰੇ ਮਨਾ ਤੂੰ ਸੁੰਦਰ ਨਾਮ ਦੇ ਨਾਲ ਲੱਗ ਜਾ। ਵਾਹਿਗੁਰੂ ਦਾ ਨਾਮ ਹੀ ਸਭ ਤੋਂ ਉੱਤਮ ਹੈ, ਅਤੀ ਸੁੰਦਰ ਹੈ। ਨਾਮ ਦੇ ਨਾਲ ਜੁੜ ਜਾਣਾ ਕਰ। ਸਾਚੇ ਕੋ ਬਣਾਇਓ ਤਾਂ ਤੇ ਸਾਚੋ ਸੋ ਸੁਹਾਇਓ ਹੈ। ਸੱਚੇ ਵਾਹਿਗੁਰੂ ਜੀ ਨੇ ਬਣਾਇਆ ਨਾ, ਇਸ ਕਰਕੇ ਇਹ ਸੱਚਾ ਭਾਸ ਰਿਹਾ ਹੈ ਇਹ ਝੂਠ। ਸੱਚੇ ਵਾਹਿਗੁਰੂ ਜੀ ਨੇ ਬਣਾਇਆ ਤੇ ਆਪਣੀ ਸੱਤਾ ਕਰਕੇ ਇਹਨੂੰ ਚਲਾ ਰਹੇ ਹੈ। ਵਾਹਿਗੁਰੂ ਦੀ ਸੱਤਾ ਵਿੱਚ ਹੋਣੇ ਕਰਕੇ ਨਾ ਇਹ ਸੱਚਾ ਭਾਸ ਰਿਹਾ ਹੈ।
ਪਰ ਹੈ ਇਹ ਸਭ ਕੁਝ ਹੀ ਸੁਪਨੇ ਦੀ ਨਿਆਈ। ਇਉਂ ਕਵੀਰਾਜ ਕਹਿੰਦੇ ਨੇ ਇਹ ਝੂਠ ਹੈ ਸਾਰਾ ਸੰਸਾਰ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਜਗਤ ਕੀ ਝੂਠੀ ਦੇਖੀ ਪ੍ਰੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਗਤ ਦੀ ਪ੍ਰੀਤਾਂ ਝੂਠੀਆਂ ਨੇ, ਜੋ ਕੁਝ ਵੀ ਦਿਸ ਰਿਹਾ ਹੈ ਨਾ ਇਹ ਸੱਚ ਨਹੀਂ ਹੈ। ਤੇ ਇਉਂ ਕਵੀਰਾਜ ਜੀ ਵੀ ਕਹਿੰਦੇ ਐ ਕਿ ਹੈ ਤਾਂ ਸਾਰਾ ਕੁਝ ਹੀ ਮਿੱਥਿਆ, ਪਰ ਸੱਚਾ ਕਿਉਂ ਭਾਸ ਰਿਹਾ। ਕਹਿੰਦੇ ਸੱਚੇ ਨੇ ਬਣਾਇਆ ਨਾ, ਇਸ ਕਰਕੇ ਸੱਚੇ ਦਾ ਬਣਾਇਆ ਹੋਣ ਕਰਕੇ ਸੰਸਾਰ ਤੈਨੂੰ ਸੱਚਾ ਭਾਸ ਰਿਹਾ ਹੈ, ਪਰ ਹੈ ਇਹ ਕਵੀਰਾਜ ਕਹਿੰਦੇ ਝੂਠ ਨਾਸ਼ਵੰਤ ਹੈ, ਮਿੱਥਿਆ ਹੈ। ਕਬਿਤ ਬਾਜੀਗਰ ਜੈਸੀ ਬਾਜੀ ਮਾਇਆ ਕੀ ਕਨਾਤ ਸਾਜੀ। ਕੈਸਾ ਹੈ ਹੁਣ ਇਹ ਸੰਸਾਰ। ਕਵੀਰਾਜ ਕਬਿਤ ਦੁਆਰਾ ਦੱਸਦੇ ਐ, ਕਹਿੰਦੇ ਜਿਵੇਂ ਬਾਜੀਗਰ ਨੇ ਬਾਜੀ ਪਾਈ ਹੁੰਦੀ ਨਾ, ਖੇਲ ਪਾਈ ਹੁੰਦੀ ਹੈ, ਇਵੇਂ ਕਹਿੰਦੇ ਪਰਮੇਸ਼ਰ ਨੇ ਇਹ ਸਾਰਾ ਜਿਹੜਾ ਨਾ ਉਹ ਖੇਲ ਪਾਈ ਹੋਈ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਜਿਵੇਂ ਸੁਪਨਾ ਹੁੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ। ਮਹਾਰਾਜ ਕਹਿੰਦੇ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ, ਪੇਖਣਾ ਤਮਾਸ਼ੇ ਨੂੰ ਕਹਿੰਦੇ, ਜਿਵੇਂ ਬਾਜੀਗਰ ਦਾ ਤਮਾਸ਼ਾ ਹੁੰਦਾ, ਖੇਲ ਹੁੰਦੀ ਹੈ, ਤੇ ਉਹ ਤਾਂ ਅਣਹੋਈ ਹੈ ਨਾ, ਫਿਰ ਸੱਚੀ ਨਹੀਂ ਹੈ ਨਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਬਾਜੀਗਰ ਦੀ ਖੇਲ ਦੀ ਤਰ੍ਹਾਂ ਹੈ, ਇਹ ਸੰਸਾਰ ਰਾਤ ਦੇ ਸੁਪਨੇ ਦੀ ਤਰ੍ਹਾਂ ਹੈ। ਇਉਂ ਕਵੀਰਾਜ ਕਹਿੰਦੇ ਫਰਮਾਉਂਦੇ ਹਨ, ਬਾਜੀਗਰ ਜੈਸੀ ਬਾਜੀ ਮਾਇਆ ਕੀ ਕਨਾਤ ਸਾਜੀ। ਬਾਜੀਗਰ ਨੇ ਜਿਵੇਂ ਖੇਲ ਪਾਈ ਹੁੰਦੀ ਹੈ ਨਾ, ਇਸ ਤਰ੍ਹਾਂ ਪਰਮੇਸ਼ਰ ਨੇ ਇਹ ਸੰਸਾਰ ਰੂਪੀ ਬਾਜੀ ਖੇਲ ਪਾਈ ਹੈ, ਤੇ ਮਾਇਆ ਦੇ ਭਰਮ ਦੀ ਕਨਾਤ ਜਿਹੜੀ ਹੈ ਨਾ ਉਹ ਪਰਦਾ ਪਾਇਆ ਹੋਇਆ ਹੈ, ਤੇ ਜੀਵ ਭਰਮ ਦੇ ਵਿੱਚ ਜਿਹੜਾ ਐਸਾ ਫਸਿਆ ਹੋਇਆ ਹੈ, ਮਰਦਿਆਂ ਹੋਇਆਂ ਨੂੰ ਵੇਖਦਾ ਹੈ ਪਰ ਫਿਰ ਵੀ ਆਪਣੇ ਆਪ ਨੂੰ ਅਮਰ ਹੀ ਸਮਝਦਾ ਹੈ। ਇਹ ਨਹੀਂ ਸਮਝਦਾ ਮਰੇ ਹੋਏ ਨੂੰ ਵੇਖ ਕੇ ਕਿ ਮੈਂ ਵੀ ਇੱਕ ਦਿਨ ਮਰ ਜਾਣਾ ਹੈ। ਨਹੀਂ, ਇਹ ਗੱਲ ਤਾਂ ਚੇਤੇ ਹੀ ਨਹੀਂ ਆਉਂਦੀ। ਐਡਾ ਮਾਇਆ ਦਾ ਭਰਮ ਹੈ, ਐਡਾ ਭੁਲੇਖਾ ਹੈ। ਇਹ ਮਾਇਆ ਦੀ ਕਨਾਤ ਪਾਤੀ ਹੈ, ਮਾਇਆ ਦੇ ਭਰਮ ਦੀ, ਜਿਸ ਕਰਕੇ ਕਿ ਇਹਨੂੰ ਪੜਦਾ ਹੀ ਬਣਿਆ ਰਹਿੰਦਾ ਹੈ। ਜੀਵਨ ਨੂੰ ਸੱਚਾ ਹੀ ਸਮਝਦਾ ਰਹਿੰਦਾ ਹੈ ਕਿ ਹਰ ਵੇਲੇ ਜਿਵੇਂ ਇੱਥੇ ਰਹਿਣਾ, ਕਈ ਚਿਰਾਂ ਦੀਆਂ ਵਿਉਂਤਾਂ ਘੜੀ ਜਾਂਦਾ ਹੈ, ਪਰ ਕਦੇ ਮਨ ਵਿੱਚ ਬੈਰਾਗ ਨਹੀਂ ਆਉਂਦਾ, ਕਦੇ ਚੱਲਣ ਬਾਰੇ ਸੰਸਾਰ ਤੋਂ ਸੋਚਦਾ ਨਹੀਂ ਹੈ। ਇਉਂ ਕਵੀਰਾਜ ਕਹਿੰਦੇ ਇਹੋ ਜੀ ਹਾਲਤ ਹੈ ਮਨ ਦੀ, ਇਹ ਮਨ ਖੁੱਭਿਆ ਹੋਇਆ ਹੈ। ਇਹ ਸੰਸਾਰ ਕੈਸਾ ਹੈ, ਬਾਜੀਗਰ ਜੈਸੇ ਬਾਜੀ ਪਾਈ। ਇਹ ਜਿਵੇਂ ਬਾਜੀਗਰ ਨੇ ਬਾਜੀ ਪਾਈ ਹੈ ਨਾ, ਖੇਲ ਪਾਈ ਹੁੰਦੀ ਹੈ, ਇਸ ਤਰ੍ਹਾਂ ਨਿਰੰਕਾਰ ਨੇ ਇਹ ਖੇਲ ਪਾਈ ਹੋਈ ਹੈ ਸੰਸਾਰ ਦੇ ਅੰਦਰ, ਤੇ ਜੀਵ ਖੇਲ ਰਹੇ ਹੈ। ਇਸ ਪ੍ਰਕਾਰ ਇਹ ਮਾਇਆ ਦੇ ਭਰਮ ਦੀ ਕਨਾਤ ਤਾਣ ਦਿੱਤੀ ਹੈ, ਪਤਾ ਹੀ ਨਹੀਂ ਲੱਗਦਾ ਹੈ, ਉੱਥੇ ਹੀ ਫਸਿਆ ਰਹਿੰਦਾ ਮੋਹ ਕਰਕੇ। ਪਾਜੀ ਕੋ ਅਪਾਜੀ ਲੱਖ ਤਾਸੋ ਬਿਰ ਮਾਇਓ ਹੈ। ਤੇ ਜਿਹੜਾ ਪਾਜੀ ਹੁੰਦਾ ਭਾਵ ਝੂਠ ਦਿਖਾਵਾ, ਤੇ ਜਿਹੜਾ ਅਪਾਜੀ ਭਾਵ ਨਹੀਂ ਦਿਖਾਵਾ ਸੱਚ। ਇਸ ਪ੍ਰਕਾਰ ਕਹਿੰਦੇ ਹਨ, ਫਿਰ ਪੜੋ। ਪਾਜੀ ਕੋ ਅਪਾਜੀ ਲੱਖ ਤਾਸੋ ਬਿਰ ਮਾਇਓ ਹੈ। ਜਿਹੜਾ ਝੂਠ ਹੈ ਉਹਨੂੰ ਸੱਚਾ ਜਾਣ ਕੇ ਉਹਦੇ ਵਿੱਚ ਭਰਮਿਆ ਹੋਇਆ ਹੈ। ਜਿਹੜੀ ਚੀਜ਼ ਹੈ ਹੀ ਅਣਹੋਈ ਤੇ ਹੈ ਹੀ ਝੂਠ, ਉਹਦੇ ਵਿੱਚ ਲੱਗ ਕਰਕੇ ਜਿਹੜਾ ਹੈ ਇਹ ਇੰਨਾ ਭਰਮ ਗਿਆ ਹੈ, ਇੰਨਾ ਪਰਚ ਗਿਆ ਹੈ ਕਿ ਉਸੇ ਵਿੱਚ ਹੀ ਹੱਸ ਰਿਹਾ, ਕਦੇ ਰੋ ਰਿਹਾ। ਇਉਂ ਇਹਦੇ ਅੰਦਰ ਹੀ ਮਨ ਜਿਹੜਾ ਉਹ ਖੁੱਭ ਗਿਆ ਹੈ। ਤੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਜਿਹੜਾ ਇਹ ਦੁਨੀਆ ਦੇ ਅੰਦਰ ਪਦਾਰਥ ਹਨ, ਇਹਨਾਂ ਦਾ ਜਿਹੜਾ ਅਹੰਕਾਰ ਕਰਨਾ ਹੈ, ਇਹ ਸਤਿਗੁਰੂ ਜੀ ਨੇ ਕਿਹਾ ਕਿ ਝੂਠ ਦੁਨੀ ਗੁਮਾਨ। ਇਹ ਸੰਸਾਰ ਦਾ ਗੁਮਾਨ ਜਿਹੜਾ ਉਹ ਝੂਠਾ ਹੈ, ਨਾਸ਼ਵੰਤ ਹੈ, ਖਰਾਬ ਹੋ ਜਾਣ ਵਾਲਾ ਹੈ। ਜੀਵ ਇਹਨੂੰ ਸੱਚਾ ਸਮਝ ਰਿਹਾ ਹੈ। ਤੇ ਸਤਿਗੁਰੂ ਜੀ ਨੇ ਇਸ ਤੋਂ ਪਹਿਲਾਂ 5 ਵਾਰੀ ਖੂਬ ਕਹਿ ਕੇ ਨਾਮ ਦੀ ਮਹਿਮਾ ਕਹੀ ਹੈ ਕਿ ਖੂਬ ਤੇਰੋ ਨਾਮ। ਵਾਹਿਗੁਰੂ ਤੇਰਾ ਨਾਮ ਸਭ ਤੋਂ ਖੂਬ ਉੱਤਮ ਹੈ, ਚੰਗਾ ਵੈ। ਇਸ ਪ੍ਰਕਾਰ ਕਵੀਰਾਜ ਕਹਿੰਦੇ ਹਨ, ਪਾਜੀ ਕੋ ਅਪਾਜੀ ਲੱਖ ਤਾਸੋ ਬਿਰ ਮਾਇਓ ਹੈ। ਝੂਠੇ ਨੂੰ ਸੱਚਾ ਜਾਣ ਕਰਕੇ ਉਹਦੇ ਵਿੱਚ ਮਨ ਜਿਹੜਾ ਹੈ ਉਹ ਭਰਮ ਗਿਆ ਹੈ, ਲੱਗ ਗਿਆ ਹੈ। ਸੁਪਨੇ ਪਦਾਰਥ ਸੁਵਾਰਥ ਮੈਂ ਰਚਿਓ ਸੰਚੈ। ਜੇ ਸੁਪਨੇ ਵਿੱਚ ਭਲਾ ਕੋਈ ਪਦਾਰਥ ਜਿਹੜੇ ਹੈ ਉਹਨਾਂ ਨੂੰ ਇਕੱਠਿਆਂ ਕਰੇ, ਬੜੀ ਮਿਹਨਤ ਕਰੇ, ਚਿੰਤਾ ਲੱਗੀ ਰਹੇ ਪਦਾਰਥਾਂ ਦੇ ਇਕੱਠੇ ਕਰਨ ਦੀ,
ਤੇ ਫਿਰ ਪਦਾਰਥ ਪ੍ਰਾਪਤ ਕਰ ਲਏ ਤੇ ਇਸ ਪ੍ਰਕਾਰ ਉਹਨਾਂ ਨੂੰ ਸੰਚ ਲਵੇ, ਬਹੁਤ ਜ਼ਿਆਦਾ ਇਕੱਠਾ ਕਰ ਲਵੇ। ਇਸੇ ਪ੍ਰਕਾਰ ਹੀ ਸੁਪਨੇ ਪਦਾਰਥ ਸੁਆਰਥ ਮੈਂ ਰਚਿਓ ਸੰਚੈ। ਤੇ ਸੁਆਰਥ ਆਪਣੇ ਮਤਲਬ ਵਾਸਤੇ ਜਿਹੜਾ ਹੈ ਆਪਣੀ ਗਰਜ ਪੂਰੀ ਕਰਨ ਨੂੰ, ਆਪਣੇ ਮਤਲਬ ਪੂਰੇ ਕਰਨ ਨੂੰ ਬਹੁਤ ਸਾਰੇ ਕੋਈ ਸੁਪਨੇ ਵਿੱਚ ਜੇ ਕੋਈ ਪਦਾਰਥ ਇਕੱਠੇ ਕਰ ਲਵੇ ਤਾਂ ਸੰਚ ਸੰਚ ਜਾਗੇ ਤੇ ਬਹੁਰ ਪਛਤਾਇਓ ਹੈ। ਇਕੱਠੇ ਕਰ ਕਰਕੇ ਰੱਖੀ ਜਾਵੇ, ਪਰ ਜਦੋਂ ਜਾਗਦਾ ਹੈ ਉਦੋਂ ਫਿਰ ਪਛਤਾਵਾ ਲੱਗਦਾ, ਇਹ ਤਾਂ ਸੁਪਨਾ ਸੀ। ਕਿ ਸੁਪਨੇ 'ਚ ਮਿਲੀ ਕੋਠੀ ਵਿੱਚ ਵੀ ਕੋਈ ਆਰਾਮ ਕਰਦਾ ਹੈ, ਸੁਪਨੇ 'ਚ ਮਿਲੀ ਹੋਈ ਕਾਰ ਵਿੱਚ ਵੀ ਕੋਈ ਹੁੰਟੇ ਲੈਂਦਾ ਹੈ। ਇਸ ਪ੍ਰਕਾਰ ਸੁਪਨਾ ਹੈ, ਉਹ ਤਾਂ ਜਾਗਦਿਆਂ ਹੀ ਸਭ ਕੁਝ ਜਿਹੜਾ ਖਤਮ ਹੋ ਜਾਂਦਾ ਹੈ। ਇਸੇ ਪ੍ਰਕਾਰ ਕਵੀਰਾਜ ਕਹਿੰਦੇ ਇਹ ਜਗਤ ਸੁਪਨਾ ਹੈ। ਜਾਗਣਾ ਕਿਹੜਾ ਹੈ? ਜਦੋਂ ਜੀਵ ਦੇ ਮ੍ਰਿਤੂ ਦਾ ਸਮਾਂ ਆਉਂਦਾ ਹੈ ਨਾ, ਤੇ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਜਦੋਂ ਜਮ ਦਾ ਡੰਡਾ ਸਿਰ ਵਿੱਚ ਆ ਕਰਕੇ ਵੱਜਦਾ ਨਾ, ਉਦੋਂ ਹੀ ਇਹ ਸੁੱਤਾ ਪਿਆ ਜੀਵ ਗਾਫਲਤਾਈ ਦੀ ਨੀਂਦ ਤੋਂ ਜਾਗਦਾ ਹੈ। ਤੇ ਫਿਰ ਉਦੋਂ ਬਹੁਤ ਇਹਨੂੰ ਪਛਤਾਵਾ ਲੱਗਦਾ ਕਿ ਉਹ ਇੰਨੇ ਪਦਾਰਥ ਇਕੱਠੇ ਕਰ ਲਏ, ਨਾਲ ਕੁਝ ਵੀ ਨਹੀਂ ਨਿਭਣ ਲੱਗਾ। ਹੁਣ ਸਾਰਾ ਕੁਝ ਛੱਡ ਕੇ ਜਦੋਂ ਤੁਰਨਾ ਪੈਂਦਾ ਹੈ ਤੇ ਇਉਂ ਫਿਰ ਮਨ ਜਿਹੜਾ ਬਹੁਤ ਪਛਤਾਵਾ ਕਰਦਾ, ਬੜਾ ਝੂਰਦਾ ਹੈ। ਇਸ ਪ੍ਰਕਾਰ ਕਵੀਰਾਜ ਕਹਿੰਦੇ ਸੰਸਾਰ ਦੀ ਹਾਲਤ ਵੈ ਸੁਖਤਾ ਰਜਤ ਮ੍ਰਿਗ ਤ੍ਰਿਸ਼ਨਾ ਮੈਂ ਨੀਰ ਜੈਸੇ। ਕਹਿੰਦੇ ਹੁਣ ਪ੍ਰਮਾਣ ਦੇ ਕਰਕੇ ਸਿੱਪੀ ਦੇ ਵਿੱਚੋਂ ਕਦੀ ਕਿਸੇ ਚਾਂਦੀ ਕੱਢੀ ਹੈ, ਪਰ ਦਿਸਦੀ ਤਾਂ ਹੈਗੀ ਹੈ ਨਾ। ਜਿਹੜਾ ਸਮੁੰਦਰ ਦੇ ਕੰਢਿਆਂ ਤੇ ਸਿੱਪੀ ਹੁੰਦੀ ਹੈ, ਜਦੋਂ ਬਾਹਰ ਆ ਜਾਂਦੀ ਹੈ ਨਾ ਸਿੱਪੀ, ਤੇ ਸੂਰਜ ਦੀ ਉਹਦੇ ਤੇ ਰੌਸ਼ਨੀ ਪਵੇ ਤੇ ਉਹ ਬੜੀ ਚਮਕਦੀ ਹੈ ਤੇ ਪੂਰਾ ਐਂ ਪ੍ਰਤੀਤ ਹੁੰਦਾ ਇਹਦੇ ਵਿੱਚ ਚਾਂਦੀ ਹੈ। ਪਰ ਕਵੀਰਾਜ ਕਹਿੰਦੇ ਕੱਢੀ ਕਿਸੇ ਨੇ ਚਾਂਦੀ ਉੱਥੋਂ। ਸਿੱਪੀ ਦੇ ਵਿੱਚੋਂ ਜਿਵੇਂ ਚਾਂਦੀ ਨਹੀਂ ਪ੍ਰਾਪਤ ਹੁੰਦੀ, ਇਵੇਂ ਸੰਸਾਰ ਦੇ ਪਦਾਰਥਾਂ ਵਿੱਚੋਂ ਸੁੱਖ ਨਹੀਂ ਪ੍ਰਾਪਤ ਹੁੰਦਾ। ਇਉਂ ਪ੍ਰਮਾਣ ਦੇ ਕਰਕੇ ਕਵੀਰਾਜ ਕਹਿੰਦੇ ਹੈ ਕਿ ਜਿਵੇਂ ਉਹ ਸਿੱਪੀ ਦੇ ਵਿੱਚੋਂ ਚਾਂਦੀ ਦਿਸਦੀ ਤਾਂ ਹੈ, ਇਵੇਂ ਸੰਸਾਰ ਦੇ ਜੀਆਂ ਨੂੰ ਮਾਇਕੀ ਪਦਾਰਥਾਂ ਵਿੱਚੋਂ ਸੁੱਖ ਭਾਸਦਾ ਹੈ, ਪਰ ਹੈ ਨਹੀਂਗਾ। ਦਿਸਦਾ ਤਾਂ ਹੈਗਾ ਕਿ ਇਉਂ ਹੀ ਸੁੱਖ ਕਰਕੇ ਹੀ ਜਿਹੜਾ ਹੈ ਸਾਰਾ ਕੁਝ ਇਕੱਠਾ ਕਰਦੇ ਆ ਨਾ। ਸੁੱਖ ਕਰਕੇ ਹੀ ਨਹੀਂ ਜਾਣਦੇ ਕਿ ਸੁੱਖ ਤਾਂ ਵਾਹਿਗੁਰੂ ਦੇ ਨਾਮ ਵਿੱਚ ਹੈ। ਜੇ ਮਨ ਜਾਣ ਲਵੇ ਤਾਂ ਭਜਨ ਨਾ ਕਰੇ, ਨਹੀਂ ਮਨ ਜਾਣਦਾ। ਪਦਾਰਥਾਂ ਦੇ ਵਿੱਚ ਮਨ ਨੇ ਸੁੱਖ ਮੰਨਿਆ ਹੋਇਆ, ਇਸ ਕਰਕੇ ਪਦਾਰਥਾਂ ਨੂੰ ਇਕੱਠਿਆਂ ਕਰਦਾ ਹੈ। ਇਉਂ ਕਵੀਰਾਜ ਫਰਮਾਉਂਦੇ ਹੈ ਕਿ ਜਿਵੇਂ ਉਸ ਸਿੱਪੀ ਵਿੱਚੋਂ ਕਦੀ ਕਿਸੇ ਚਾਂਦੀ ਨਹੀਂ ਪ੍ਰਾਪਤ ਕੀਤੀ, ਇਵੇਂ ਮਾਇਕੀ ਪਦਾਰਥਾਂ ਵਿੱਚੋਂ ਕਦੇ ਕਿਸੇ ਸੁੱਖ ਨਹੀਂ ਪ੍ਰਾਪਤ ਕੀਤਾ। ਇਸੇ ਪ੍ਰਕਾਰ ਹੀ ਮ੍ਰਿਗ ਤ੍ਰਿਸ਼ਨਾ ਮੈਂ ਨੀਰ ਜੈਸੇ। ਤੇ ਫਿਰ ਮ੍ਰਿਗ ਤ੍ਰਿਸ਼ਨਾ ਜਿਹੜੀ ਆ ਉਹਦੇ ਵਿੱਚ ਨੀਰ ਪਾਣੀ ਕਿਸੇ ਨੇ ਪ੍ਰਾਪਤ ਕੀਤਾ ਹੈ। ਜਿਹੜੀ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ ਉਹ ਤਾਂ ਉਹ ਗਰਮੀ ਦੇ ਪ੍ਰਭਾਵ ਕਰਕੇ ਰੇਤਲੇ ਇਲਾਕੇ ਵਿੱਚ ਜਿਹੜਾ ਹੈ ਉਹ ਸੂਰਜ ਦੀ ਗਰਮੈਸ਼ ਕਰਕੇ ਹੀ ਇਉਂ ਪਾਣੀ ਪ੍ਰਤੀਤ ਹੋਣ ਲੱਗ ਜਾਂਦਾ ਹੈ ਰੇਤ ਦੇ ਉੱਤੇ। ਪਰ ਦੱਸੋ ਉਸ ਹਿਰਨ ਨੇ ਪਾਣੀ ਪ੍ਰਾਪਤ ਕਰ ਲਿਆ ਹੈ? ਉਸ ਮ੍ਰਿਗ ਤ੍ਰਿਸ਼ਨਾ ਵਿੱਚੋਂ ਪਾਣੀ ਨਹੀਂ ਲੱਭਦਾ। ਇਉਂ ਸੰਸਾਰ ਦੇ ਸੁੱਖਾਂ ਦੀ ਸਾਰੀ ਹਾਲਤ ਮ੍ਰਿਗ ਤ੍ਰਿਸ਼ਨਾ ਵਰਗੀ ਹੈ। ਜੀਵ ਸੋਚਦਾ ਹੈ, ਜਿਵੇਂ ਹਿਰਨ ਸੋਚਦਾ ਨਾ ਕਿ ਉਹ ਪਾਣੀ ਹੈ, ਉੱਥੇ ਜਾਂਦਾ, ਫਿਰ ਉੱਥੋਂ ਅੱਗੇ ਤੱਕਦਾ ਉਹ ਉੱਥੇ ਪਾਣੀ ਹੋਊਗਾ। ਫਿਰ ਇਉਂ ਅੱਗੇ ਤੋਂ ਅੱਗੇ ਉਹਨੂੰ ਪਾਣੀ ਭਾਸਦਾ ਰਹਿੰਦਾ ਹੈ, ਪਰ ਦੌੜਦਾ ਦਮ ਤੋੜ ਜਾਂਦਾ, ਪਾਣੀ ਨਹੀਂ ਮਿਲਦਾ ਹੈ। ਮ੍ਰਿਗ ਤ੍ਰਿਸ਼ਨਾ ਵਿੱਚ ਪਾਣੀ ਹੁੰਦਾ ਹੀ ਨਹੀਂ। ਇਸ ਤਰ੍ਹਾਂ ਜੀਵ ਸੋਚਦਾ ਰਹਿੰਦਾ ਹੈ ਕਿ ਇੰਨੇ ਪਦਾਰਥ ਆ ਗਏ ਫਿਰ ਸੁਖੀ ਹੋ ਜਾਵਾਂਗਾ। ਜਦੋਂ ਉਹ ਮਿਲ ਜਾਂਦੇ ਫਿਰ ਹੋਰ ਅੱਗੇ ਤੱਕਦਾ ਕਿ ਨਹੀਂ ਉਹ ਉੱਥੇ ਸੁੱਖ ਵਾ, ਹੁਣ ਘਰ ਵੱਡਾ ਬਣਾਇਆ ਫਿਰ ਸੁਖੀ ਹੋ ਜਾਵਾਂਗੇ, ਫਿਰ ਬੱਚੇ ਵਿਆਹ ਲਏ ਸੁਖੀ ਹੋ ਜਾਵਾਂਗੇ, ਫਿਰ ਇਸ ਪ੍ਰਕਾਰ ਹੁਣ ਪੋਤੇ ਵਿਆਹ ਲਏ ਸੁਖੀ ਹੋ ਜਾਵਾਂਗੇ, ਇਸ ਪ੍ਰਕਾਰ ਇੰਨੀਆਂ ਚੀਜ਼ਾਂ ਮਿਲ ਗਈਆਂ ਸੁਖੀ ਹੋ ਜਾਵਾਂਗੇ। ਇਸ ਤੋਂ ਅੱਗੇ ਫਿਰ ਜੀਵਨ ਸਮਾਪਤੀ ਹੋ ਜਾਂਦਾ, ਪਰ ਸੁੱਖ ਤਾਂ ਲੱਭਦਾ ਹੀ ਨਹੀਂ। ਕਿਉਂਕਿ ਜਿਵੇਂ ਮ੍ਰਿਗ ਤ੍ਰਿਸ਼ਨਾ ਵਿੱਚ ਪਾਣੀ ਹੈ ਨਹੀਂ, ਇਵੇਂ ਹੀ ਮਾਇਕੀ ਸੁੱਖਾਂ ਵਿੱਚ ਸੁੱਖ ਨਹੀਂ ਹੈ। ਮਾਇਕੀ ਸੁੱਖਾਂ ਦੇ ਅੰਦਰ ਆਤਮਿਕ ਆਨੰਦ ਨਹੀਂ ਹੈ, ਸਦੀਵੀ ਸੁੱਖ ਨਹੀਂ ਹੈ। ਇਸ ਕਰਕੇ ਕਵੀਰਾਜ ਨੇ ਪ੍ਰਮਾਣ ਦਿੱਤਾ, ਕਹਿੰਦੇ ਸਿੱਪੀ ਚੋਂ ਕਦੇ ਕਿਸੇ ਚਾਂਦੀ ਨਹੀਂ ਲੱਭੀ ਤੇ ਮ੍ਰਿਗ ਤ੍ਰਿਸ਼ਨਾ ਵਿੱਚੋਂ ਕਦੇ ਕਿਸੇ ਨੂੰ ਪਾਣੀ ਨਹੀਂ ਮਿਲਿਆ। ਰਾਜੂ ਮੈਂ ਸਰਪ ਆਦ ਅੰਤ ਹੂ ਨਾ ਪਾਇਓ ਹੈ। ਕਹਿੰਦੇ ਇਸ ਪ੍ਰਕਾਰ ਜਿਹੜੀ ਰੱਜੂ ਰੱਸੀ ਹੁੰਦੀ ਹੈ, ਉਹ ਜਿਹੜਾ ਹੈ ਹਨੇਰਾ ਥੋੜਾ ਥੋੜਾ ਜਦੋਂ ਹੋਣ ਲੱਗਦਾ, ਪਸਰਨ ਲੱਗਦਾ, ਪੂਰਾ ਨਹੀਂ ਹਨੇਰਾ ਹੋਇਆ ਹੁੰਦਾ, ਤੇ ਭੁਲੇਖੇ ਕਰਕੇ ਉਹ ਰੱਸੀ ਸੱਪ ਭਾਸਣ ਲੱਗ ਪੈਂਦੀ ਹੈ।
ਪਰ ਸੱਪ ਥੋੜੋ ਹੁੰਦਾ, ਹੁੰਦੀ ਤਾਂ ਉਹ ਰੱਸੀ ਹੈ। ਪਰ ਕਹਿੰਦੇ ਦੱਸੋ ਕਿਸੇ ਨੇ ਉਹਦੇ ਵਿੱਚੋਂ ਸੱਪ ਨੂੰ ਪ੍ਰਾਪਤ ਕੀਤਾ, ਭਾਵ ਸੱਪ ਕਿਸੇ ਨੂੰ ਦਿਸਿਆ ਨਹੀਂ, ਸੱਪ ਤਾਂ ਹੁੰਦਾ ਹੀ ਨਹੀਂ, ਹੁੰਦੀ ਰੱਸੀ ਹੈ। ਇਸ ਤਰ੍ਹਾਂ ਇਹਨਾਂ ਦੇ ਪ੍ਰਮਾਣ ਦੇ ਕਰਕੇ ਕਵਿਰਾਜ ਨੇ ਦੱਸਿਆ ਹੈ, ਨਾ ਆਦਿ ਵਿੱਚ ਉੱਥੇ ਸਿੱਪੀ ਵਿੱਚ ਚਾਂਦੀ ਸੀ, ਨਾ ਅੰਤ ਵਿੱਚ ਚਾਂਦੀ ਸੀ, ਨਾ ਮ੍ਰਿਗ ਤ੍ਰਿਸ਼ਨਾ ਦੇ ਵਿੱਚ ਪਾਣੀ ਆਦਿ ਵਿੱਚ ਸੀਗਾ, ਨਾ ਅੰਤ ਵਿੱਚ ਸੀਗਾ। ਇਉਂ ਰੱਸੀ ਵਿੱਚ ਵੀ ਸੱਪ ਕਲਪਤ ਹੀ ਕੀਤਾ ਹੋਇਆ ਸੀ, ਨਾ ਆਦਿ ਵਿੱਚ ਸੀ, ਨਾ ਅੰਤ ਵਿੱਚ, ਕਿਸੇ ਨੇ ਪਾਇਆ ਨਹੀਂ ਹੈ। ਇਵੇਂ ਕਹਿੰਦੇ ਸੰਸਾਰ ਦੇ ਮਾਇਕੀ ਸੁੱਖਾਂ ਵਿੱਚ ਨਾ ਆਦਿ ਵਿੱਚ ਕਿਸੇ ਨੇ ਸੁੱਖ ਪਾਇਆ ਹੈ, ਨਾ ਇਹਨਾਂ ਦੇ ਨਾਸ਼ ਹੋਣ 'ਚ ਕਿਸ ਪ੍ਰਕਾਰ ਜਿਹੜਾ ਹੈ ਸਮਾਪਤੀ ਦੇ ਜੀਵਨ ਲੀਲਾ ਜਦੋਂ ਸਮਾਪਤ ਹੁੰਦੀ ਸੁੱਖ ਪਾਇਆ, ਉਦੋਂ ਕੀ ਸੁੱਖ ਪਾਉਣਾ, ਉਦੋਂ ਦੁਖੀ ਹੁੰਦੇ ਆ। ਇਕੱਠੇ ਕਰ ਕਰਕੇ ਹੀ ਸੁੱਖ ਸਮਝਦੇ, ਪਰ ਉਹ ਵੀ ਸੁੱਖ ਜਿਹੜੇ ਹੈ ਨਾ ਉਹ ਜੀਵ ਨੂੰ ਭਰਮ ਕਰਕੇ ਹੀ ਭਾਸਦਾ ਹੈ ਸੁੱਖ ਨਹੀਂ, ਉਹ ਦੁੱਖ ਰੂਪ ਹੀ ਹੈ ਸਭ ਕੁਝ। ਕੂੜ ਹੈ ਰੇ ਕੂੜ ਮਨ ਮੂੜ, ਹੇ ਮੇਰੇ ਮੂਰਖ ਮਨਾ, ਇਹ ਝੂਠ ਹੈ, ਝੂਠ ਹੈ ਸਾਰਾ ਕੁਝ। ਲਗ ਨਾਮ ਰੂੜ, ਜਿਹੜਾ ਨਾਮ ਰੂੜ ਹੈ ਨਾ ਸਭ ਤੋਂ ਸੁੰਦਰ ਹੈ ਨਾਮ, ਇਸ ਕਰਕੇ ਨਾਮ ਨਾਲ ਲੱਗ ਜਾਣਾ ਕਰ। ਸਾਚੇ ਕੋ ਬਣਾਇਓ ਤਾਂ ਤੋ ਸਾਚੋ ਸੋ ਸੁਹਾਇਓ ਹੈ। ਸੱਚੇ ਵਾਹਿਗੁਰੂ ਨੇ ਬਣਾਇਆ ਨਾ ਇਸ ਪ੍ਰਪੰਚ ਨੂੰ, ਇਸ ਕਰਕੇ ਸੱਚਾ ਭਾਸ ਰਿਹਾ ਹੈ ਇਹ ਸੱਚਾ ਨਹੀਂ, ਪਰਮੇਸ਼ਰ ਦਾ ਨਾਮ ਹੀ ਸੱਚਾ ਹੈ, ਇਸ ਕਰਕੇ ਬਣਾਵਟ ਸੱਚੇ ਦੀ ਹੈ, ਇਸ ਕਰਕੇ ਸੱਚਾ ਭਾਸ ਰਿਹਾ ਹੈ। ਦੋਹਰਾ ਜਿਹ ਕਰੁਣਾ ਤੇ ਜਠਰ ਮਹਿ, ਜਿਸ ਵਾਹਿਗੁਰੂ ਦੀ ਕਰੁਣਾ ਕਿਰਪਾ ਕਰਕੇ ਕਵਿਰਾਜ ਕਹਿੰਦੇ ਜਠਰ ਅਗਨੀ ਦੇ ਅੰਦਰ ਮਾਤਾ ਦੇ ਉਦਰ ਵਿੱਚ ਅਗਨ ਸਪਰਸ਼ ਨਹਿ ਹੋਏ, ਤੈਨੂੰ ਅੱਗ ਸਪਰਸ਼ ਨਹੀਂ ਕਰਦੀ ਹੈ। ਜਿਹੜੀ ਮਾਤਾ ਦੇ ਪੇਟ ਦੀ ਅਗਨੀ ਹੈ ਇਹ ਬਾਹਰ ਦੀ ਅੱਗ ਨਾਲੋਂ ਵੀ ਬਹੁਤ ਪ੍ਰਜਵਲਿਤ ਹੁੰਦੀ ਹੈ। ਕਹਿੰਦੇ ਨੇ ਜਿਸ ਵਾਹਿਗੁਰੂ ਦੇ ਨਾਮ ਕਰਕੇ ਜਿੱਥੇ ਤੇ ਫੁੱਲ ਨਾਲੋਂ ਵੀ ਨਰਮ ਤੇਰਾ ਸਰੀਰ ਸੀਗਾ, ਜਿੱਥੇ ਤੇਰੀ ਹਾਲਤ ਸੀ ਮੁਖ ਤਲੈ ਪੈਰ ਉੱਪਰੇ ਵਸੰਦੋ ਕੋਹਥੜਾ ਥਾਏ, ਉਹ ਇਹੋ ਜਿਹਾ ਸੰਗੀਨ ਥਾਂ ਸੀਗਾ। ਉਸ ਜਠਰ ਅਗਨ ਤੋਂ ਵਾਹਿਗੁਰੂ ਨੇ ਤੇਰੀ ਰੱਖਿਆ ਕੀਤੀ। ਮਾਤ ਗਰਭ ਮਹਿ ਆਪਨ ਸਿਮਰਨ ਦੇਹ ਤਹ ਤੁਮ ਰਾਖਨ ਹਾਰੇ, ਉੱਥੇ ਵਾਹਿਗੁਰੂ ਨੇ ਤੇਰੀ ਰੱਖਿਆ ਕੀਤੀ ਹੈ। ਜਨਮਤ ਹੀ ਪੁਨ ਜਗ ਰਚਿਓ, ਤੇ ਜਨਮਦਿਆਂ ਸਾਰੀ ਤੂੰ ਜਗ ਰਚ ਲਿਆ ਹੈ। ਸਾਰੀ ਰਚਨਾ ਜਿਹੜੀ ਆ ਉਹ ਜਨਮ ਲੈਂਦਿਆਂ ਹੀ ਸਾਰਾ ਜਗਤ ਤੇਰੇ ਸਾਹਮਣੇ ਆ ਗਿਆ ਏ। ਹਿਰਦੈ ਵਿਸਾਰਿਓ ਸੋਏ, ਤੇ ਹਿਰਦੇ ਵਿੱਚੋਂ ਉਸ ਵਾਹਿਗੁਰੂ ਨੂੰ ਵਿਸਾਰ ਦਿੱਤਾ ਜਿਸ ਦਾ ਨਾਮ ਤੂੰ ਸਵਾਸ ਸਵਾਸ ਜਪ ਰਿਹਾ ਸੀ ਮਾਤਾ ਤੇ ਉਦਰ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਉੱਥੇ ਸਵਾਸ ਸਵਾਸ ਭਜਨ ਕਰਦਾ ਸੀ ਤਾਂ ਜਠਰ ਅਗਨੀ ਤੋਂ ਬਚਿਆ। ਤੇ ਵੇਖ ਜੇ ਉੱਥੇ ਜਠਰ ਅਗਨੀ ਤੋਂ ਤੇਰੀ ਰੱਖਿਆ ਨਾਮ ਨੇ ਕੀਤੀ ਹੈ ਤੇ ਇਸ ਕਲਯੁਗ ਦੀ ਅੱਗ ਤੋਂ ਵਿਕਾਰਾਂ ਦੀ ਅੱਗ ਤੋਂ ਵਾਹਿਗੁਰੂ ਦਾ ਨਾਮ ਨਹੀਂ ਤੈਨੂੰ ਬਚਾਵੇਗਾ। ਇਸ ਕਰਕੇ ਤੂੰ ਵਾਹਿਗੁਰੂ ਦੇ ਨਾਮ ਦੀ ਟੇਕ ਲੈ ਲੈ, ਨਾਮ ਜਪਿਆ ਕਰ ਸ਼ਰਧਾ ਭਾਵਨਾ ਨਾਲ, ਤੇ ਫਿਰ ਤੈਨੂੰ ਵਿਕਾਰਾਂ ਦਾ ਸੇਕ ਨਹੀਂ ਲੱਗੇਗਾ, ਬਚ ਜਾਵੇਂਗਾ ਇਸ ਝੂਠੇ ਪ੍ਰਪੰਚ ਦੇ ਅੰਦਰ। ਚਉਪਈ ਜਿਹ ਕਰੁਣਾ ਤੇ ਰੂਪ ਅਨੂਪਾ, ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੇਰਾ ਐਸਾ ਉਪਮਾ ਤੋਂ ਰਹਿਤ ਸੁੰਦਰ ਸਰੂਪ ਹੈ, ਵੇਖ ਲੈ। ਨਹੀਂ ਤਾਂ ਇਹ ਦੇਹੀ ਦੀ ਬਣਤਰ ਕੀ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਤਿਹ ਕੀਆ ਪਿੰਡ 10 ਦੁਆਰਾ। ਤੇ ਕਿਹੋ ਜੀ ਇਹਦੀ ਜਿਹੜੀ ਹੈ ਇਸ ਪ੍ਰਕਾਰ ਹੋਂਦ ਹੈ, ਤੇ ਕਿਆ ਸੋਹਣਾ ਉਪਮਾ ਤੋਂ ਰਹਿਤ ਤੇਰਾ ਸਰੂਪ ਸੁੰਦਰ ਵਾਹਿਗੁਰੂ ਨੇ ਬਣਾ ਦਿੱਤਾ ਹੈ। ਇਹ ਵਾਹਿਗੁਰੂ ਦੀ ਕਿਰਪਾ ਹੈ, ਨਾਮ ਦੀ ਪ੍ਰਤਾਪ ਵਡਿਆਈ ਕਰਕੇ ਤੇਰਾ ਸੁੰਦਰ ਸਰੂਪ ਹੈ। ਇਹ ਤਜ ਪਰਿਓ ਅੰਧ ਜੋ ਕੂਪਾ, ਤੇ ਵਾਹਿਗੁਰੂ ਨੂੰ ਛੱਡ ਕਰਕੇ ਤੂੰ ਵਿਸ਼ਿਆਂ ਦੇ ਅੰਨੇ ਖੂਹ ਵਿੱਚ ਕਿਉਂ ਪੈ ਗਿਆ ਹੈ। ਹੇ ਮਨਾ, ਤੂੰ ਐਸੇ ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ ਵਿਕਾਰਾਂ ਦਾ ਜਿਹੜਾ ਅੰਨਾ ਖੂਹ ਹੈ ਜਿਹਦੇ ਚੋਂ ਨਿਕਲਿਆ ਹੀ ਨਹੀਂ ਜਾਂਦਾ, ਜਿਹੜਾ ਕੋਈ ਡਿੱਗ ਜਾਵੇ, ਤੂੰ ਨਾਮ ਨੂੰ ਛੱਡ ਕਰਕੇ ਰਸਾਂ ਕਸਾਂ ਦੇ ਅੰਨੇ ਖੂਹ ਵਿੱਚ ਕਿਉਂ ਡਿੱਗਦਾ, ਸੰਸਾਰ ਦੇ ਸੁੱਖਾਂ ਰੂਪੀ ਖੂਹ 'ਚ ਕਿਉਂ ਡਿੱਗਦਾ ਏ। ਜਿਸ ਕਰੁਣਾ ਸਬਦ ਏ ਪਦਾਰਥ, ਜਿਸ ਵਾਹਿਗੁਰੂ ਦੀ ਕਿਰਪਾ ਨੇ ਸਾਰੇ ਪਦਾਰਥ ਦਿੱਤੇ ਐ, ਸਭ ਭੋਗਣ ਨੂੰ ਜਿਹੜੇ ਸੁੱਖ ਦਿੱਤੇ ਐ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਪ੍ਰਾਪਤ ਹੋਏ। ਤੂੰ ਆਪਣੀ ਅਕਲ ਦਾ ਮਾਣ ਕਰੀ ਜਾਂਦਾ, ਆਪਣੀ ਬੁੱਧੀ ਦੀ ਵਿਸ਼ੇਸ਼ਤਾ ਹੀ ਮੰਨੀ ਜਾਂਦਾ, ਆਪਣੇ ਸਰੀਰ ਦਾ ਪਰਾਕਰਮ ਮੰਨੀ ਜਾਂਦਾ। ਤੂੰ ਕੁਝ ਨਹੀਂ ਸੀ ਕਰ ਸਕਦਾ, ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਸਾਰੇ ਸੁੱਖ ਪਦਾਰਥ ਪ੍ਰਾਪਤ ਹੋਏ ਨੇ। ਤਿਸ ਤਜ ਫਿਰਤ ਵਿਸ਼ੈ ਕੇ ਸਵਾਰਥ, ਤੇ ਤੂੰ ਉਸ ਵਾਹਿਗੁਰੂ ਨੂੰ ਛੱਡ ਕਰਕੇ ਵਿਸ਼ਿਆਂ ਦੀ ਪੂਰਤੀ ਵਾਸਤੇ ਆਪਣਾ ਸਵਾਰਥ ਜਾਣ ਕਰਕੇ ਤੇ ਫਿਰਦਾ ਰਹਿਣਾ ਹੈ।
ਰਾਤ ਦਿਨ ਜਿਹੜਾ ਹੈ ਵਿਸ਼ੇ ਭੋਗਾਂ ਨੂੰ ਚੇਤੇ ਕਰਦਾ ਰਹਿਣਾ ਹੈ ਤੇ ਵਿਸ਼ਿਆਂ ਦੀ ਪ੍ਰਾਪਤੀ ਵਾਸਤੇ ਹੀ ਜਾਣਦਾ ਹੈ ਕਿ ਇਹੀ ਤੇਰੇ ਇੱਛਾ ਪੂਰਤੀ ਹੋ ਗਈ ਤਾਂ ਬਸ ਤੈਨੂੰ ਸੁੱਖ ਹੋ ਜਾਵੇਗਾ। ਇਸ ਸਵਾਰਥ ਵਾਸਤੇ, ਇਸ ਮਤਲਬ ਵਾਸਤੇ ਹੀ ਰਾਤ ਦਿਨ ਫਿਰਦਾ ਰਹਿਣਾ ਕਿ ਨਾਮ ਦੇ ਜਪਣ ਦੇ ਮਤਲਬ ਵਾਸਤੇ ਵੀ ਰਾਤ ਦਿਨ ਯਤਨ ਕਰਦਾ ਹੈ, ਸਤਸੰਗਤ ਦੇ ਕਰਨ ਦੇ ਵੀ ਰਾਤ ਦਿਨ ਵਾਸਤੇ ਕੋਈ ਯਤਨ ਕਰਦਾ ਹੈ। ਇਉਂ ਕਵੀਰਾਜ ਕਹਿੰਦੇ ਹਾਲਤ ਵੇਖ ਲੈ ਮਨਾ ਤੇਰੀ ਕਿਹੋ ਜੀ ਹੈ, ਤੂੰ ਤਾਂ ਵਿਸ਼ਿਆਂ ਵਿਕਾਰਾਂ ਦੇ ਮਤਲਬ ਵਾਸਤੇ ਰਾਤ ਦਿਨ ਹੀ ਫਿਰਦਾ ਰਹਿਣਾ ਹੈ। ਮਨ ਮੂਰਖ ਅਜਹੁ ਨਹਿ ਜਾਣਤ, ਤੇ ਮੇਰੇ ਮੂਰਖ ਮਨਾ ਤੂੰ ਅਜੇ ਵੀ ਨਹੀਂ ਜਾਣ ਰਿਹਾ, ਅਜੇ ਵੀ ਤੂੰ ਸਮਝਦਾ ਨਹੀਂ ਹੈ। ਜਿਸ ਕਰੁਣਾ ਤੇ ਸਭ ਤੁਝ ਮਾਨਤ, ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਸਾਰੇ ਤੇਰਾ ਮਾਣ ਕਰਦੇ ਆ, ਸਤਿਕਾਰ ਕਰਦੇ ਆ, ਤੇ ਤੂੰ ਸਮਝੀ ਬੈਠਾ ਹੈ ਕਿ ਮੈਂ ਵਿਦਵਾਨ ਆ, ਮੈਂ ਬੜਾ ਚੰਗਾ ਵਾਂ, ਮੇਰੀ ਬੜੀ ਲਿਆਕਤ ਹੈ, ਮੇਰੀ ਬੜੀ ਬੁੱਧੀ ਹੈ। ਇਹ ਨਹੀਂ, ਵਾਹਿਗੁਰੂ ਦੀ ਕਿਰਪਾ ਕਰਕੇ ਸਾਰੇ ਤੇਰਾ ਮਾਣ ਕਰਦੇ ਆ, ਤੇਰਾ ਸਤਿਕਾਰ ਕਰਦੇ ਆ, ਤੈਨੂੰ ਇਸ ਪ੍ਰਕਾਰ ਇੱਜ਼ਤ ਦਿੰਦੇ ਆ। ਵਾਹਿਗੁਰੂ ਦੀ ਕਿਰਪਾ ਹੈ। ਜੇ ਆਪਣਾ ਕਿਰਪਾ ਦਾ ਹੱਥ ਖਿੱਚ ਲਵੇ ਤੇ ਸਾਰੇ ਗੁਣਾਂ ਦੇ ਹੁੰਦਿਆਂ ਹੋਇਆਂ ਵੀ ਕਈ ਸਤਿਕਾਰ ਨਹੀਂ ਪਾਉਂਦੇ ਹਨ, ਮਿੱਟੀ ਹੋ ਜਾਂਦਾ ਸਭ ਕੁਝ। ਇਹ ਤਾਂ ਵਾਹਿਗੁਰੂ ਦੀ ਵੱਡੀ ਵਡਿਆਈ ਹੈ ਕਿ ਵਾਹਿਗੁਰੂ ਨੇ ਤੈਨੂੰ ਮਾਣ ਦਿੱਤਾ ਏ। ਮధుਰ ਜਾਨ ਵਿਸ਼ਿਆਨ ਬਿਲ ਸਾਤੂ, ਤੇ ਤੂੰ ਮਦਰ ਮਿੱਠੇ ਜਾਣ ਕਰਕੇ ਵਿਸ਼ਿਆਂ ਦੇ ਜਿਹੜੇ ਇਸ ਪ੍ਰਕਾਰ ਬਿਲਾਸ ਹਨ, ਕਰੀੜਾ ਕੌਤਕ ਸੁਖ, ਇਹ ਵਿਸ਼ਿਆਂ ਦੇ ਕਰਮਾਂ ਵਿੱਚ ਤੂੰ ਜਾਣ ਕਰਕੇ ਫਸ ਰਿਹਾ, ਮਿੱਠੇ ਜਾਣ ਕਰਕੇ ਉਹਨਾਂ ਵਿੱਚ ਹੀ ਫਸਦਾ ਏ। ਸੋ ਹੋਵੇ ਕਟ ਵੱਡ ਦੁਖ ਦਾਤੂ, ਤੇ ਬਹੁਤ ਜ਼ਿਆਦੇ ਕੱਟ ਕੌੜੇ ਜਿਹੜੇ ਆ ਨਾ ਉਹ ਦੁਖਦਾਈ ਹੋਣਗੇ, ਪਰ ਤੂੰ ਉਹਨਾਂ ਨੂੰ ਮਿੱਠੇ ਜਾਣ ਕਰ, ਜਿਵੇਂ ਕੋਈ ਮਿੱਠਾ ਤੇਲੀਆ ਜਾਣ ਕਰਕੇ ਖਾਂਦਾ ਹੈ ਨਾ, ਪਰ ਮਿੱਠਾ ਤੇਲੀਆ ਤੇ ਜ਼ਹਿਰ ਹੁੰਦਾ ਹੈ, ਇਵੇਂ ਵਿਸ਼ੇ ਵਿਕਾਰਾਂ ਦਾ ਜਿਹੜਾ ਸੁੱਖ ਹੈ ਨਾ, ਇਹ ਜਿਹੜਾ ਮਨ ਦੇ ਅੰਦਰ ਕਿਸੇ ਪਰਾਏ ਰੂਪ ਨੂੰ ਵੇਖ ਕਰਕੇ ਭਰਮਣਾ ਤੇ ਉਹਦੀ ਪ੍ਰਾਪਤੀ ਵਾਸਤੇ ਯਤਨ ਕਰਨੇ, ਇਸ ਪ੍ਰਕਾਰ ਕਵੀਰਾਜ ਕਹਿੰਦੇ ਹਨ। ਫਿਰ ਪੜ੍ਹਦੇ ਹੋ, ਸੋ ਹੋਵੇ ਕਟ ਵੱਡ ਦੁਖ ਦਾਤੂ, ਜਿਹਨੂੰ ਵਿਕਾਰਾਂ ਨੂੰ ਮਿੱਠਾ ਜਾਣ ਕਰਕੇ ਇਹ ਮਨਾ ਤੂੰ ਖਾਂਦਾ ਹੈ, ਉਹ ਵੱਡੇ ਕੌੜੇ ਤੇ ਦੁੱਖ ਦੇਣ ਵਾਲੇ ਸਾਬਤ ਹੋਣਗੇ ਅੰਤ ਦੇ ਸਮੇਂ। ਦੋਹਰਾ ਨਾਮਹਿ ਤੇ ਸਭ ਕੁਛ ਬਨਿਓ, ਹੁਣ ਇਸ ਪ੍ਰਕਾਰ ਫਿਰ ਹੋਰ ਨਾਮ ਦੀ ਮਹਿਮਾ ਕਵੀਰਾਜ ਜੀ ਕਹਿੰਦੇ ਐ। ਤੇ ਹੁਣ ਨਿਰਗੁਣ ਸਰੂਪ ਤੋਂ ਤੇ ਸਰਗੁਣ ਸਰੂਪ ਤੋਂ ਨਾਮ ਨੂੰ ਵੱਡਾ ਦਰਸਾਉਣਗੇ ਕਿ ਨਾਮ ਜਿਹੜਾ ਹੈ ਨਾ ਉਹ ਸਭ ਤੋਂ ਵੱਡਾ ਹੈ। ਇਹ ਜਿਵੇਂ ਕਵੀਰਾਜ ਜੀ ਅੱਗੇ ਨਾਮ ਦੀ ਮਹਿਮਾ ਹੋਰ ਕਰਨਗੇ, ਉਹ ਆਪਾਂ ਸਰਵਣ ਕਰਾਂਗੇ। ਨਾਮ ਤੋਂ ਵੱਡੀ ਕੋਈ ਚੀਜ਼ ਨਹੀਂ। ਕਵੀਰਾਜ ਕਹਿੰਦੇ ਜਿਨ੍ਹਾਂ ਕੋਲ ਵੀ ਕੁਝ ਪ੍ਰਾਪਤ ਵੈ ਉਹ ਨਾਮ ਦੇ ਪ੍ਰਤਾਪ ਕਰਕੇ ਹੀ ਹੈ, ਨਾਮ ਦਾ ਜਸ ਕਰਨੇ ਕਰਕੇ ਹੀ ਸਭ ਕੋਲ ਇਹ ਪਦਵੀਆਂ ਹਨ। ਜੇ ਕਿਸੇ ਕੋਲ ਕੋਈ ਸ਼ਕਤੀ ਹੈ, ਕੁਝ ਪਦਾਰਥ ਹਨ, ਕੁਝ ਸਤਿਕਾਰ ਹੈ ਸੰਸਾਰ ਦੇ ਅੰਦਰ, ਤਾਂ ਉਹ ਭੁਲੇਖਾ ਨਾ ਉਹਦੇ ਮਨ ਵਿੱਚ ਰਹੇ ਕਿ ਮੇਰੀ ਬੁੱਧੀ ਕਰਕੇ, ਮੇਰੀ ਅਕਲ ਕਰਕੇ, ਮੇਰੇ ਸਰੀਰ ਦੇ ਬਲ ਕਰਕੇ ਹੈ। ਨਹੀਂ, ਇਹ ਵਾਹਿਗੁਰੂ ਦਾ ਭਜਨ ਕੀਤਾ ਹੈ। ਜੋ ਪਿਛਲੇ ਜਨਮ ਵਿੱਚ ਕੋਈ ਥੋੜਾ ਬਹੁਤਾ ਕਰਮ ਕੀਤਾ ਹੈ ਚੰਗਾ, ਉਹਦੇ ਕਰਕੇ ਹੀ ਇਹ ਫਲ ਪ੍ਰਾਪਤ ਹੋ ਰਿਹਾ। ਇਸ ਕਰਕੇ ਇਹ ਮਨਾ ਤੂੰ ਵਿਸ਼ਿਆਂ ਨੂੰ ਵਿਸਾਰ ਦੇ, ਇਹ ਜ਼ਹਿਰੀਲੇ ਹਨ, ਕੌੜੇ ਹਨ। ਵਾਹਿਗੁਰੂ ਦਾ ਨਾਮ ਮਿੱਠਾ ਹੈ, ਨਾਮ ਨੂੰ ਤੂੰ ਕੌੜਾ ਸਮਝਿਆ ਹੋਇਆ ਹੈ ਤੇ ਵਿਸ਼ਿਆਂ ਵਿਕਾਰਾਂ ਨੂੰ ਤੂੰ ਮਿੱਠਾ ਸਮਝਿਆ ਹੋਇਆ ਹੈ। ਇਸ ਕਰਕੇ ਤੂੰ ਇਸ ਗੱਲ ਨੂੰ ਸਮਝ ਲੈ ਚੰਗੀ ਤਰ੍ਹਾਂ ਕਿ ਜਿਹੜੇ ਵਿਸ਼ੇ ਵਿਕਾਰ ਉਹ ਜ਼ਹਿਰੀਲੇ ਹਨ, ਕੌੜੇ ਹਨ। ਵਾਹਿਗੁਰੂ ਦਾ ਨਾਮ ਮਿੱਠਾ ਹੈ, ਇਸ ਕਰਕੇ ਤੂੰ ਨਾਮ ਨੂੰ ਜਪ ਲੈ, ਭਜਨ ਕਰ ਲੈ। ਇਹ ਸੰਸਾਰ ਸਾਰਾ ਹੀ ਝੂਠਾ ਏ, ਇਹਨੂੰ ਸੱਚਾ ਨਾ ਜਾਣ। ਇਉਂ ਕਵੀਰਾਜ ਜੀ ਜਿਵੇਂ ਅੱਗੇ ਹੋਰ ਮਹਿਮਾ ਕਰਨਗੇ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਮధుਰ ਜਾਨ ਵਿਸ਼ਿਆਨ ਬਿਲ ਸਾਤੂ, ਸੋ ਹੋਵੇ ਕਟ ਵੱਡ ਦੁਖ ਦਾਤੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक।
हे अपरंपर हर हरे हह पी होवन हार हे संत कै सदा संग निधारा आधार हे ठाकुर हूँ दास रो मैं निर्गुण गुण नहीं नानक दीजै नाम दान राखो हिय परोए आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो श्रद्धा कर सेवंदे गुर पार उतारन हार कथा निता प्रत होत है सुनो सो सिंह सुजान नानक गुरु गोबिंद सिंह जी सदा करै कल्याण नानक गुरु गोबिंद सिंह जी सदा करै कल्याण वाहिगुरु जी का खालसा वाहिगुरु जी की फतेह।